ਅਸੀਂ ਅਕਸਰ ਇੰਡੀਆ 'ਚ ਖਾਸਕਰ ਜਦ ਅਸੀਂ ਮੈਂਟਲ ਹੈਲਥ ਦੀ ਬਾਤ ਕਰਦੇ ਹਾਂ ਤਾਂ ਅਸੀਂ ਉਹਨੂੰ ਮਾਨਸਿਕ ਬਿਮਾਰੀ ਸਮਝ ਲੈਂਦੇ ਹਾਂ ਕਿ ਮਾਨਸਿਕ ਬਿਮਾਰੀ ਦੀ ਗੱਲ ਹੈ ਤੇ ਉਹੀ ਮੈਂਟਲ ਹੈਲਥ ਹੈ। ਇਹ ਦੋਨਾਂ ਚੀਜ਼ਾਂ ਅਲੱਗ-ਅਲੱਗ ਨੇ, ਜੁੜੀ ਹੋਈਆਂ ਨੇ ਪਰ ਅਲੱਗ-ਅਲੱਗ ਨੇ। ਫੋਰ ਇੰਸਟੈਂਸ ਜਿਹੜੀ ਮਾਨਸਿਕ ਬਿਮਾਰੀ ਹੈ, ਉਹ ਇੱਕ ਤਰ੍ਹਾਂ ਦੀ ਕਲੀਨਿਕਲ ਕੰਡੀਸ਼ਨ ਹੈ ਕਿ ਕਿਸੇ ਨੂੰ ਸਪੋਜ਼ ਕਲੀਨਿਕਲ ਡਿਪਰੈਸ਼ਨ ਹੈਗਾ ਕੁਝ ਸਾਲਾਂ ਤੋਂ ਜਾਂ ਸਕਿਜ਼ੋਫਰੇਨੀਆ ਦੇ ਨਾਲ ਬੰਦਾ ਰਹਿ ਰਿਹਾ ਹੈਗਾ ਤੇ ਉਹ ਮਾਨਸਿਕ ਬਿਮਾਰੀ ਹੈ। ਉਹ ਮਾਨਸਿਕ ਸਵਾਸਥ ਦੀ ਗੱਲ ਨਹੀਂ ਉੱਥੇ ਹੋ ਰਹੀ। ਮਾਨਸਿਕ ਸਵਾਸਥ ਤਾਂ ਹਰ ਬੰਦੇ ਦਾ ਹੈਗਾ। ਜਿਸ ਤਰ੍ਹਾਂ ਸਾਡੀ ਜਨਰਲ ਸਿਹਤ ਹੈ, ਅਸੀਂ ਕਹਿੰਦੇ ਆ ਇਹ ਸਿਹਤਮੰਦ ਹੈ, ਇਹ ਸਿਹਤਮੰਦ ਨਹੀਂ ਹੈ, ਤੇ ਉਸੇ ਤਰ੍ਹਾਂ ਮਾਨਸਿਕ ਸਿਹਤ ਵੀ ਹਰ ਬੰਦੇ ਦੀ ਹੁੰਦੀ ਹੈ। ਕਦੇ ਅਸੀਂ ਉਹਨੂੰ ਇੱਕ ਸਕੇਲ ਦੀ ਤਰ੍ਹਾਂ ਅਗਰ ਸਮਝੀਏ ਤਾਂ ਕਦੇ ਸਾਡੀ ਮੈਂਟਲ ਹੈਲਥ ਸਾਡੀ 10 ਹੋਏਗੀ ਜਦ ਅਸੀਂ ਖੁਸ਼ ਹਾਂ, ਅਸੀਂ ਠੀਕ ਹਾਂ, ਸਾਨੂੰ ਨੀਂਦ ਅੱਛੀ ਆਉਂਦੀ ਹੈ, ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ, ਸਾਡਾ ਵਰਤਾਓ ਚੰਗਾ ਹੈਗਾ, ਅਸੀਂ ਜਿਹੜੀ ਵੀ ਸਾਡੀ ਜ਼ਿੰਮੇਦਾਰੀਆਂ ਹੈਗੀ ਜ਼ਿੰਦਗੀ ਦੀ, ਨੌਕਰੀ ਹੈ, ਸਾਡੇ ਰਿਸ਼ਤੇ ਹਨ, ਸਾਡਾ ਹੋਰ ਕੰਮ ਹੈ, ਉਹਨੂੰ ਠੀਕ ਤਰ੍ਹਾਂ ਕਰ ਦਿੰਦੇ ਹਾਂ। ਉਸ ਸਮੇਂ ਅਸੀਂ ਕਹੀਏਗਾ ਕਿ ਸਾਡੀ ਮੈਂਟਲ ਹੈਲਥ ਸਾਡੀ ਠੀਕ ਹੈਗੀ। ਬਟ ਜਦ ਅਸੀਂ ਖਾਸਕਰ ਹੁਣ ਮਹਾਮਾਰੀ ਪੈਂਡੇਮਿਕ 'ਚ ਅਸੀਂ ਵੇਖਿਆ ਕਿ ਜਿਨ੍ਹਾਂ ਨੂੰ ਕੋਈ ਮਾਨਸਿਕ ਬਿਮਾਰੀ ਵੀ ਨਹੀਂ ਹੈਗੀ ਪਰ ਉਹਨਾਂ ਨੂੰ ਵੀ ਲੱਗਿਆ ਕਿ ਉਹਨਾਂ ਦੀ ਮਾਨਸਿਕ ਸਿਹਤ ਖਰਾਬ ਹੋ ਰਹੀ ਹੈ, ਕਿਸੇ ਦੀ ਨੀਂਦ ਖਰਾਬ ਹੋ ਰਹੀ ਹੈ, ਕਿਸੇ ਨੂੰ ਭੁੱਖ ਲੱਗਣੀ ਬੰਦ ਹੋ ਗਈ, ਕਿਸੇ ਨੂੰ ਹਰ ਸਮੇਂ ਪਰੇਸ਼ਾਨੀ ਰਹਿੰਦੀ ਸੀ। ਤੇ ਉਹ ਸਾਰੀ ਗੱਲਾਂ ਜਿਹੜੀ ਹੈਗੀਆਂ ਨੇ, ਸਾਰਾ ਕੁਝ ਮਿਲਾ ਕੇ ਮਾਨਸਿਕ ਸਿਹਤ ਹੁੰਦਾ ਹੈ। ਤੇ ਮਾਨਸਿਕ ਸਿਹਤ ਸਾਡੀ ਓਵਰਆਲ ਸਿਹਤ, ਜਿਹਨੂੰ ਅਸੀਂ ਕੰਪਲੀਟ ਹੈਲਥ ਕਹਿੰਦੇ ਆ, ਉਹਦਾ ਵੀ ਇੱਕ ਬਹੁਤ ਬੜਾ ਹਿੱਸਾ ਮਾਨਸਿਕ ਸਿਹਤ ਹੈ। ਜਿਸ ਤਰ੍ਹਾਂ ਤੋਂ ਇੱਕ ਬੰਦਾ ਅਗਰ ਉਹਨੂੰ ਸ਼ਾਰੀਰਿਕ ਬਿਮਾਰੀ ਕੋਈ ਹੈਗੀ ਜਾਂ ਸ਼ਾਰੀਰਿਕ ਤਕਲੀਫ ਹੈਗੀ ਤੇ ਉਹ ਫਿਰ ਆਪਣੇ ਕੋਈ ਵੀ ਕੰਮ ਤੇ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਠੀਕ ਤਰ੍ਹਾਂ ਆਪਣੀ ਜ਼ਿੰਮੇਦਾਰੀਆਂ ਨਹੀਂ ਨਿਭਾ ਸਕਦਾ ਤੇ ਉਹਨੂੰ ਚੰਗਾ ਨਹੀਂ ਮਹਿਸੂਸ ਹੁੰਦਾ। ਉਸੇ ਤਰ੍ਹਾਂ ਜੇ ਤੁਹਾਡੀ ਮਾਨਸਿਕ ਸਿਹਤ ਠੀਕ ਨਹੀਂ ਹੈ, ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ, ਘਬਰਾਹਟ ਹੈ, ਤੁਹਾਡੀ ਨੀਂਦ ਨਹੀਂ ਠੀਕ, ਤੁਹਾਨੂੰ ਅਜੀਬ-ਅਜੀਬ ਖਿਆਲ ਆਉਂਦੇ ਹਨ, ਤੁਹਾਨੂੰ ਖੁਦ ਲੱਗਦਾ ਹੈ ਕਿ ਕੁਝ ਗੜਬੜ ਹੈ ਮੇਰੇ ਨਾਲ, ਕੁਝ ਗਲਤ ਹੋ ਰਿਹਾ ਹੈ, ਤੇ ਇਹ ਕੁਝ ਬੇਸਿਕ ਅਸੀਂ ਮੰਨ ਕੇ ਚੱਲਦੇ ਹਾਂ ਕਿ ਜੇ ਬੰਦਾ ਇਹ ਸਭ ਮਹਿਸੂਸ ਕਰਦਾ ਹੈ ਤੇ ਉਹਦੀ ਮਾਨਸਿਕ ਸਿਹਤ ਠੀਕ ਨਹੀਂ ਹੈ। ਤੇ ਜਦ ਮਾਨਸਿਕ ਸਿਹਤ ਠੀਕ ਨਹੀਂ ਹੈਗੀ ਤੇ ਉਹ ਉਹਦੀ ਪੂਰੀ ਜ਼ਿੰਦਗੀ ਨੂੰ, यहाँ तक कि ਅਸੀਂ ਕਹਿ ਸਕਦੇ ਹਾਂ ਕਿ ਉਹਦੀ ਸ਼ਾਰੀਰਿਕ ਸਿਹਤ ਨੂੰ ਵੀ ਇਸ ਚੀਜ਼ ਦਾ ਅਸਰ ਪੈਂਦਾ ਹੈ, ਉਹਦੇ ਰਿਸ਼ਤਿਆਂ 'ਚ, ਉਹਦੇ ਕੰਮ 'ਚ, ਉਹਦਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਸੈਲਫ ਇਮੇਜ ਹੁੰਦੀ ਹੈ, ਸੈਲਫ ਕੇਅਰ ਹੁੰਦੀ ਹੈ, ਹਰ ਚੀਜ਼ 'ਚ ਬੰਦੇ ਦਾ ਫਰਕ ਪੜਦਾ ਹੈ ਉਸਦੀ ਜ਼ਿੰਦਗੀ 'ਚ। ਤੇ ਇਸ ਲਈ ਇਸ ਕਰਕੇ ਜ਼ਰੂਰੀ ਹੈਗਾ ਕਿ ਅਸੀਂ ਮਾਨਸਿਕ ਸਿਹਤ ਨੂੰ ਉਨਾ ਹੀ ਜ਼ਰੂਰੀ ਸਮਝੀਏ ਜਿੰਨਾ ਅਸੀਂ ਸ਼ਾਰੀਰਿਕ ਸਿਹਤ ਨੂੰ ਸਮਝਦੇ ਹਾਂ। ਪਹਿਲੀ ਗੱਲ ਇਹ ਹੈ ਕਿ ਮੈਂ ਇਹ ਕਹਿਣਾ ਚਾਹੁੰਦੀ ਹਾਂ ਸਭ ਨੂੰ ਕਿ ਮਾਨਸਿਕ ਸਵਾਸਥ ਨੂੰ ਜਾਂ ਮਾਨਸਿਕ ਸਿਹਤ ਨੂੰ ਤੁਸੀਂ ਕਮਜ਼ੋਰੀ ਦੇ ਤਾਕਤ ਦੇ ਤਰਾਜੂ ਵਿੱਚ ਤੋਲਣਾ ਛੱਡ ਦਿਓ। ਕਿਸੇ ਨੂੰ ਕੈਂਸਰ ਹੁੰਦਾ ਹੈ, ਕਿਸੇ ਨੂੰ ਡਿਪਰੈਸ਼ਨ ਹੋ ਜਾਂਦਾ ਹੈ, ਸੇਮ ਚੀਜ਼ ਹੈ। ਜਿਸ ਤਰ੍ਹਾਂ ਅਸੀਂ ਉਹਨੂੰ ਨਹੀਂ ਕਹਿੰਦੇ ਵੀ ਤੈਨੂੰ ਕੈਂਸਰ ਹੋ ਗਿਆ ਤੇਰੀ ਕਮਜ਼ੋਰੀ ਹੈ, ਤੇ ਉਸੇ ਤਰ੍ਹਾਂ ਡਿਪਰੈਸ਼ਨ ਹੋ ਗਿਆ ਤੇ ਉਹ ਬੰਦੇ ਦੀ ਕਮਜ਼ੋਰੀ ਨਹੀਂ ਹੈ। ਹੋ ਸਕਦਾ ਉਹਦੇ ਜੈਨੇਟਿਕ ਉਸ ਤਰ੍ਹਾਂ ਦੇ ਹੋਣ ਜਾਂ ਹੋ ਸਕਦਾ ਉਸਦੇ ਆਸ-ਪਾਸ ਦਾ ਮਾਹੌਲ ਉਸ ਤਰ੍ਹਾਂ ਦਾ ਹੋਏ ਕਿ ਉਹਨੂੰ ਮਾਨਸਿਕ ਤਕਲੀਫ ਹੋਈ ਹੈ ਕਿਸੇ ਤਰ੍ਹਾਂ ਦੀ। ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਪੈਂਡੇਮਿਕ 'ਚ ਅਸੀਂ ਵੇਖਿਆ ਕਿ ਜਿਹੜੇ ਲੋਕਾਂ ਦੇ ਕੋਲ ਸਭ ਤਰ੍ਹਾਂ ਦੀ ਸੁਵਿਧਾ ਸੀਗੀ ਤੇ ਉਹਨਾਂ ਦੀ ਸ਼ਾਰੀਰਿਕ ਸਿਹਤ ਵੀ ਅਸੀਂ ਵੇਖੀ ਕਿ ਠੀਕ ਸੀਗੀ, ਉਹਨਾਂ ਨੂੰ ਕੋਵਿਡ ਵੀ ਨਹੀਂ ਹੋਇਆ, ਫਿਰ ਵੀ ਉਹਨਾਂ ਨੂੰ ਮਾਨਸਿਕ ਤਕਲੀਫ ਹੋਈ। ਸਾਡੀ ਹੈਲਪਲਾਈਨ 'ਚ ਤੇ ਹੋਰ ਹੈਲਪਲਾਈਨਾਂ 'ਚ ਕਾਲ ਦਿਨ ਰਾਤ ਆਉਂਦੇ ਸੀਗੇ ਕਿ ਮੈਨੂੰ ਘਬਰਾਹਟ ਹੋ ਰਹੀ ਹੈ, ਮੈਨੂੰ ਨੀਂਦ ਨਹੀਂ ਆ ਰਹੀ, ਮੈਨੂੰ ਨੀਂਦ ਨਹੀਂ ਪੈਂਦੀ, ਮੈਨੂੰ 10 ਤਰ੍ਹਾਂ ਦੀ ਤਕਲੀਫਾਂ ਲੋਕਾਂ ਨੂੰ ਸੀਗੀਆਂ ਮਾਨਸਿਕ। ਤੇ ਉਹ ਕਮਜ਼ੋਰੀ ਦੀ ਗੱਲ ਨਹੀਂ ਹੈ। ਜਿਸ ਤਰ੍ਹਾਂ ਸਾਨੂੰ ਕੋਈ ਵੀ ਸ਼ਾਰੀਰਿਕ ਤਕਲੀਫ ਕਦੇ ਵੀ ਹੋ ਸਕਦੀ ਹੈ, ਬੁਖਾਰ ਹੋ ਸਕਦਾ ਹੈ, ਖਾਂਸੀ ਹੋ ਸਕਦੀ ਹੈ, ਚੋਟ ਲੱਗ ਸਕਦੀ ਹੈ, ਉਸੇ ਤਰ੍ਹਾਂ ਕੋਈ ਵੀ ਮਾਨਸਿਕ ਸਿਹਤ ਨਾਲ ਜੁੜੀ ਤਕਲੀਫ ਵੀ ਸਾਨੂੰ ਕਦੇ ਵੀ ਹੋ ਸਕਦੀ ਹੈ। ਤੇ ਜਦ ਹੋਏ ਤਾਂ ਸਾਨੂੰ ਉਹੀ ਕਰਨਾ ਹੈ ਜਿਹੜਾ ਅਸੀਂ ਸ਼ਾਰੀਰਿਕ ਤਕਲੀਫ 'ਚ ਕਰਦੇ ਹਾਂ। ਅਸੀਂ ਦਵਾਈ ਲੈਂਦੇ ਹਾਂ, ਅਸੀਂ ਡਾਕਟਰ ਕੋਲ ਜਾਂਦੇ ਹਾਂ, ਅਸੀਂ ਸਲਾਹ ਲੈਂਦੇ ਹਾਂ ਤੇ ਅਸੀਂ ਉਹਨੂੰ ਫੋਲੋ ਕਰਦੇ ਹਾਂ, ਅਸੀਂ ਠੀਕ ਹੋ ਜਾਂਦੇ ਹਾਂ। ਤਾਂ ਉਸੇ ਤਰ੍ਹਾਂ ਜੇ ਮਾਨਸਿਕ ਤਕਲੀਫ ਹੋ ਰਹੀ ਹੈ, ਕਮਜ਼ੋਰੀ ਦੀ ਗੱਲ ਨਹੀਂ ਹੈ। ਜਦ ਅਸੀਂ ਇਹਨੂੰ ਕਮਜ਼ੋਰੀ ਨਾਲ ਜੋੜਦੇ ਹਾਂ ਤਾਂ ਫਿਰ ਸ਼ਰਮਿੰਦਗੀ ਆਉਂਦੀ ਹੈ, ਫਿਰ ਲੋਕ ਸ਼ਰਮ ਕਰਦੇ, ਲੋਕ ਦੱਸਦੇ ਨਹੀਂ ਕਿ ਕਿਸੇ ਨੂੰ ਪਤਾ ਚੱਲ ਗਿਆ ਕਿ ਮੈਂ ਸਾਈਕੋਲੋਜਿਸਟ ਕੋਲ ਗਿਆ ਜਾਂ ਮੈਨੂੰ ਇਸ ਤਰ੍ਹਾਂ ਦੀ ਤਕਲੀਫ ਹੈ ਤੇ ਪਤਾ ਨਹੀਂ ਕੀ ਲੋਕ ਮੇਰੇ ਬਾਰੇ ਗੱਲ ਕਰਾਂਗੇ, ਕਿਸ ਤਰ੍ਹਾਂ ਗੱਲ ਕਰਾਂਗੇ, ਤੇ ਲੋਕ ਦੱਸਦੇ ਨਹੀਂ। ਤੇ ਮਾਨਸਿਕ ਸਿਹਤ ਜਾਂ ਮਾਨਸਿਕ ਤਕਲੀਫ ਨੂੰ ਜਦ ਕਮਜ਼ੋਰੀ ਨਾਲ ਜੋੜਦੇ ਆ ਤਾਂ ਉਹਦੀ ਸਭ ਤੋਂ ਬੜੀ ਪ੍ਰੋਬਲਮ ਮੈਂ ਕਹਾਂਗੀ ਕਿ ਇਹ ਹੈ ਕਿ ਫਿਰ ਤੁਸੀਂ ਉਸ ਦੇ ਨਾਲ ਸ਼ਰਮਿੰਦਗੀ ਨੂੰ ਜੋੜਨ ਲੱਗਦੇ ਹੋ। ਤੇ ਇਸ ਕਰਕੇ ਇਹਨੂੰ ਕਮਜ਼ੋਰੀ ਨਹੀਂ ਸਮਝਣੀ ਚਾਹੀਦੀ। ਹਾਂ, ਤਕਲੀਫ ਇਹ ਹੈਗੀ, ਜਿਸ ਤਰ੍ਹਾਂ ਅਗਰ ਤੁਹਾਡਾ ਹੱਥ ਫ੍ਰੈਕਚਰ ਹੋ ਗਿਆ ਤੇ ਓਬਵੀਅਸਲੀ ਤੁਸੀਂ ਫਿਰ ਕੁਝ ਹਫ਼ਤਿਆਂ ਲਈ ਤੁਸੀਂ ਉਸ ਹੱਥ ਨਾਲ ਕੰਮ ਨਹੀਂ ਕਰ ਸਕਦੇ।
ਉਸੇ ਤਰ੍ਹਾਂ ਜੇ ਤੁਹਾਨੂੰ ਐਂਗਜ਼ਾਇਟੀ ਹੋਣ ਲੱਗੀ ਹੈ, ਡਿਪਰੈਸ਼ਨ ਹੋਣ ਲੱਗਿਆ ਤੇ ਤੁਹਾਨੂੰ ਕੁਝ ਹਫ਼ਤਿਆਂ ਲਈ ਜਾਂ ਕੁਝ ਮਹੀਨਿਆਂ ਲਈ ਤੁਹਾਨੂੰ ਥੋੜਾ ਸਪੋਰਟ ਦੀ ਜ਼ਰੂਰਤ ਹੋਏਗੀ ਔਰ ਫਿਰ ਤੁਸੀਂ ਠੀਕ ਹੋ ਜਾਓਗੇ। ਤਾਂ ਇਸ ਲਈ ਇਸ ਕਰਕੇ ਬੇहद ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਮਾਨਸਿਕ ਸਿਹਤ ਨੂੰ ਕਮਜ਼ੋਰੀ ਤਾਕਤ ਦੇ ਨਾਲ ਨਾ ਜੋੜੀਏ ਤੇ ਇਹਨੂੰ ਨਾਰਮਲਾਈਜ਼ ਕਰੀਏ, ਇਹਨੂੰ ਨਾਰਮਲ ਸਮਝੀਏ ਕਿ ਜਿਸ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਚ ਉਤਾਰ ਚੜਾਅ ਆਉਂਦੇ ਰਹਿੰਦੇ ਆ, ਉਸੇ ਤਰ੍ਹਾਂ शारीरिक सेहत ਸਾਡੀ ਬਦਲਦੀ ਰਹਿੰਦੀ ਹੈ ਤੇ ਉਸੇ ਤਰ੍ਹਾਂ ਮਾਨਸਿਕ ਸਿਹਤ ਵੀ ਬਦਲਦੀ ਰਹਿੰਦੀ ਹੈ। ਇਹ ਕਲਚਰਲ ਵੀ ਹੈਗਾ ਤੇ ਜਿਹੜਾ ਸਾਡੇ ਇੰਟਰਨੈਟ ਹੁਣ ਔਰ ਸਮਾਜ ਇਨ ਜਨਰਲ ਲੋਟ ਆਫ ਜਿਸਨੂੰ ਮਿਸ ਇਨਫੋਰਮੇਸ਼ਨ ਕਹਿੰਦੇ ਆ ਜਾਂ ਗਲਤ ਜਾਣਕਾਰੀਆਂ ਹੈਗੀਆਂ ਲੋਕਾਂ ਕੋਲ, ਇਸ ਕਰਕੇ ਲੋਕ ਮਾਨਸਿਕ ਸਿਹਤ ਨੂੰ ਸ਼ਰਮ ਦਾ ਵਿਸ਼ੇ ਮੰਨਦੇ ਆ ਕਿ ਯਦੀ ਕੋਈ ਬੰਦਾ ਸਾਡਾ ਹੈਗਾ ਉਹ ਦਵਾਈ ਲੈਂਦਾ ਸਪੋਜ਼ ਡਾਇਬੀਟੀਜ਼ ਦੀ, ਉਹਨੂੰ ਉਮਰ ਭਰ ਲੈਣੀ ਹੈ ਤੇ ਉਹ ਸ਼ਰਮ ਦੀ ਗੱਲ ਨਹੀਂ ਅਸੀਂ ਮੰਨਦੇ। ਪਰ ਕਿਸੇ ਨੂੰ ਸਪੋਜ਼ ਬਾਈਪੋਲਰ ਡਿਸਆਰਡਰ ਹੈ ਤੇ ਉਹਨੂੰ ਵੀ ਦਵਾਈ ਲੈਣੀ ਹੈ ਸਾਰੀ ਜ਼ਿੰਦਗੀ, ਲੇਕਿਨ ਉਹ ਦੱਸ ਨਹੀਂ ਸਕਦਾ। ਕਿਉਂ ਨਹੀਂ ਦੱਸ ਸਕਦਾ? ਕਿਉਂਕਿ ਡਾਇਬੀਟੀਜ਼ ਵਾਲੇ ਨੂੰ ਅਸੀਂ ਲੇਬਲ ਨਹੀਂ ਕਰਦੇ, ਪਰ ਅਸੀਂ ਬਾਈਪੋਲਰ ਵਾਲੇ ਨੂੰ ਕਹਿੰਦੇ ਪਾਗਲ ਹੈ, ਉਹਨੂੰ ਨੌਕਰੀ ਨਹੀਂ ਦੇਣੀ, ਅਸੀਂ ਉਹਦੇ ਨਾਲ ਦੋਸਤ ਨਹੀਂ ਬਣਨਗੇ, ਉਹਦੇ ਵਿਆਹ 'ਚ ਪ੍ਰੋਬਲਮ ਆਏਗੀ, ਉਹਦੇ ਰਿਸ਼ਤੇ ਖਰਾਬ ਹੋਣਗੇ, ਦਫ਼ਤਰ 'ਚ ਬੰਦੇ ਉਹਨੂੰ ਪਿੱਠ ਪਿੱਛੇ ਜਾਂ ਕहेंगे ਪਾਗਲ ਹੈ, ਇਹਨੂੰ ਨੌਕਰੀ ਨਾ ਦਿਓ। तो ਇਸ ਕਰਕੇ ਫਿਰ ਲੋਕ ਅਗਰ ਉਹਨੂੰ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਤਕਲੀਫ ਹੁੰਦੀ ਹੈ ਤਾਂ ਛੁਪਾਉਂਦੇ ਹਨ, ਗੱਲ ਨਹੀਂ ਕਰਦੇ, ਦੱਸਦੇ ਨਹੀਂ। ਮੈਂ ਆਪਣੇ ਸ਼ੋਧ 'ਚ ਕਿੰਨੀ ਵਾਰੀ ਲੋਕਾਂ 'ਚ ਜਾਂਦੀ ਹਾਂ ਤੇ ਉਹਨਾਂ ਤੋਂ ਪੁੱਛਦੀ ਹਾਂ ਉਹਨਾਂ ਦੇ ਲਿਵਡ ਐਕਸਪੀਰੀਅੰਸ, ਉਹਨਾਂ ਦੇ ਜਿਹੜੇ ਅਨੁਭਵ ਹੈ ਮਾਨਸਿਕ ਬਿਮਾਰੀ ਦੇ ਨਾਲ, ਤੇ ਅਕਸਰ ਲੋਕ ਪਹਿਲੇ ਕਹਿ ਦਿੰਦੇ ਆ ਸਾਡਾ ਨਾਮ ਬਦਲ ਕੇ ਤੁਸੀਂ ਇਹਨੂੰ ਛਾਪੋ, ਜਾਂ ਮੇਰਾ ਨਾਮ ਨਹੀਂ ਆਉਣਾ ਚਾਹੀਦਾ, ਕਿ ਮੇਰਾ ਫੋਟੋ ਨਹੀਂ ਆਉਣਾ ਚਾਹੀਦਾ, ਮੇਰਾ ਮੈਂਸ਼ਨ ਮਤ ਕਰਿਓ, ਬਿਕਾਜ਼ ਉਹ ਫੀਅਰ ਹੈ, ਉਹਨਾਂ ਦੇ ਡਰ ਹੈ ਉਹਨਾਂ ਦੇ ਦਿਲ ਦੇ ਅੰਦਰ ਕਿ ਸਮਾਜ 'ਚ ਪਤਾ ਚੱਲ ਗਿਆ ਕਿ ਮੈਨੂੰ ਇਹ ਬਿਮਾਰੀ ਹੈ ਤੇ ਮੈਨੂੰ ਲੋਕਾਂ ਨੇ ਅਲੱਗ ਥਲੱਗ ਕਰ ਦੇਣਾ ਹੈ, ਤੇ ਸ਼ਰਮ ਜੁੜੀ ਹੋਈ ਹੈ। ਤੇ ਉਸੇ ਤਰ੍ਹਾਂ ਮਾਨਸਿਕ ਸਵਾਸਥ ਦੀ ਵੀ ਤਕਲੀਫ ਹੋ ਸਕਦੀ ਹੈ, ਜਿਸ ਦੇ ਲਈ ਬੰਦੇ ਨੂੰ ਉਮਰ ਭਰ ਸਪੋਰਟ ਚਾਹੀਏ ਹੁੰਦਾ ਹੈ ਜਾਂ ਉਹਨੂੰ ਕਿਸੇ ਤਰ੍ਹਾਂ ਦੀ ਦਵਾਈ ਚਾਹੀਦੀ ਹੁੰਦੀ, ਤਾਂ ਨਾਰਮਲ ਚੀਜ਼ ਹੈ। ਪਰ ਅਸੀਂ ਉਹਨੂੰ ਸਵੀਕਾਰ ਨਹੀਂ ਕਰਦੇ ਸਾਡੇ ਸਮਾਜ 'ਚ, ਤੇ ਅਸੀਂ ਉਹਨਾਂ ਦੇ ਬਾਰੇ ਜਿਸ ਤਰ੍ਹਾਂ ਦੀ ਅਸੀਂ ਭਾਸ਼ਾ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਦੇ ਅਸੀਂ ਮਜ਼ਾਕ ਬਣਾਉਂਦੇ ਹਾਂ ਤੇ ਸ਼ੁਦਾਈ ਜਿਹਾ ਹੈ, ਪਾਗਲ ਹੈ, ਤੇ ਉਹ ਕਰਕੇ ਫਿਰ ਲੋਕ ਡਰਨ ਲੱਗਦੇ ਆ, ਸ਼ਰਮ ਮਹਿਸੂਸ ਕਰਦੇ ਆ, ਤੇ ਫਿਰ ਉਹ ਇਸ ਕਰਕੇ ਗੱਲ ਨਹੀਂ ਕਰਦੇ। ਇਹ ਬੜਾ ਇੱਕ ਗ੍ਰੇ ਏਰੀਆ ਹੈ, ਜਿਨ੍ਹਾਂ ਨੂੰ ਗ੍ਰੇ ਏਰੀਆ ਕਹਿੰਦੇ ਨੇ ਕਿ ਕੁਝ ਪਾਰਟ ਇਹਦਾ ਸਪਸ਼ਟ ਹੈ ਤੇ ਕੁਝ ਪਾਰਟ ਰਿਸਰਚ ਦੇ ਬਾਅਦ ਵੀ ਸਪਸ਼ਟ ਨਹੀਂ ਹੈਗਾ। ਕੁਝ ਮੈਂਟਲ ਬਿਮਾਰੀਆਂ, ਜਿਨ੍ਹਾਂ ਨੂੰ ਮਾਨਸਿਕ ਬਿਮਾਰੀਆਂ ਅਸੀਂ ਕਹਿੰਦੇ ਆ, ਜਿਸ ਤਰ੍ਹਾਂ ਸਕਿਜ਼ੋਫਰੇਨੀਆ ਹੈਗਾ ਜਾਂ ਬਾਈਪੋਲਰ ਹੈਗਾ, ਤੇ ਸ਼ੋਧ ਤੋਂ ਪਤਾ ਚੱਲਦਾ ਹੈ ਕਿ ਇਹ ਬਹੁਤ ਵਾਰ ਜੈਨੇਟਿਕ ਵੀ ਹੁੰਦੀਆਂ, ਕਿ ਤੁਹਾਡੇ ਖਾਨਦਾਨ 'ਚ ਸੀਗੀ ਤੇ ਫਿਰ ਉਹ ਪੇਰੈਂਟ ਨੂੰ ਸੀਗੀ ਔਰ ਫਿਰ ਆਗੇ ਤੁਹਾਨੂੰ ਹੋਈ ਤੇ ਤੁਹਾਡੇ ਬੱਚਿਆਂ ਨੂੰ ਹੋਈ, ਤੇ ਜੈਨੇਟਿਕ ਹੁੰਦੀ ਹੈ। ਕੁਝ ਤਰ੍ਹਾਂ ਦੀ ਬਿਮਾਰੀਆਂ ਜਿਹੜੀ ਜੈਨੇਟਿਕ ਤਾਂ ਨਹੀਂ ਹੁੰਦੀ, ਪਰ ਫਿਰ ਵੀ ਵੇਖਿਆ ਗਿਆ ਹੈ ਕਿ ਕਿਸੇ ਪਰਿਵਾਰ ਵਿੱਚ ਇਹ ਜ਼ਿਆਦਾ ਹੁੰਦੀਆਂ ਨੇ। ਜੈਸੇ ਕਿਸੇ ਪਰਿਵਾਰ 'ਚ ਐਂਗਜ਼ਾਇਟੀ, ਘਬਰਾਹਟ ਦੇ ਕੇਸਿਸ ਹਨ ਤੇ ਉਹ ਸਾਰੇ ਹੀ ਭਰਾਵਾਂ ਭੈਣਾਂ ਨੂੰ ਐਂਗਜ਼ਾਇਟੀ ਦੀ ਤਕਲੀਫ ਹੈ, ਤੇ ਉਹ ਅਕਸਰ ਜੈਨੇਟਿਕ ਨਹੀਂ ਹੁੰਦਾ, ਉਹ ਮਾਹੌਲ ਤੇ ਜਿਹੜਾ ਸਮਾਜਿਕ ਉਹਨਾਂ ਦੇ ਆਸ-ਪਾਸ ਪਰਿਵੇਸ਼ ਹੈ ਉਸ ਦੇ ਉੱਪਰ ਵੀ ਇਹ ਡਿਪੈਂਡ ਕਰਦਾ ਹੈ ਬਹੁਤ ਵਾਰੀ ਕਿ ਮਾਨਸਿਕ ਤਕਲੀਫ ਬੰਦਿਆਂ ਨੂੰ ਹੋ ਸਕਦੀ ਹੈ। ਇਸ ਦੇ ਇਲਾਵਾ ਹੁਣ ਜਿਹੜਾ ਦੂਜਾ ਹਿੱਸਾ ਹੈ ਕਿ ਉਹ ਮਾਨਸਿਕ ਸਵਾਸਥ ਦੀ ਕਈ ਇਸ ਤਰ੍ਹਾਂ ਦੀ ਤਕਲੀਫਾਂ ਹਨ ਜਿਨ੍ਹਾਂ ਦਾ ਕੋਈ ਕਾਰਨ ਨਹੀਂ ਪਤਾ ਚੱਲਦਾ। ਜੈਸੇ ਇੱਕ ਮੈਂ ਐਗਜ਼ਾਮਪਲ ਤੁਹਾਨੂੰ ਦੇਵਾਂਗੀ, ਇੱਕ ਬੰਦਾ ਉਹ 30-35 ਸਾਲਾਂ ਤੱਕ ਉਹਨੂੰ ਕੋਈ ਤਕਲੀਫ ਨਹੀਂ ਸੀ, ਕੋਈ ਮਾਨਸਿਕ ਤਕਲੀਫ ਨਹੀਂ ਸੀਗੀ, ਤੇ ਫਿਰ ਅਚਾਨਕ ਉਹਨੂੰ ਡਿਪਰੈਸ਼ਨ, ਬਹੁਤ ਸਵੇਰ ਡਿਪਰੈਸ਼ਨ ਹੋ ਗਿਆ, ਤੇ ਉਹ ਕਿਸੇ ਇੰਟਰਨਲ ਕਾਰਨ ਨਾਲ ਮੇਬੀ ਨਹੀਂ ਹੋਇਆ, ਉਹਦਾ ਕੋਈ ਰਿਸ਼ਤਾ ਟੁੱਟ ਗਿਆ ਜਾਂ ਉਹਨੂੰ ਪ੍ਰੋਫੈਸ਼ਨਲੀ ਕੋਈ ਬਹੁਤ ਭਾਰੀ ਉਹਨੂੰ ਨੁਕਸਾਨ ਹੋਇਆ ਹੈ, ਕੋਈ ਉਹਨੂੰ ਤਕਲੀਫ ਹੋਈ ਹੈ, ਤੇ ਕਈ ਵਾਰ ਸਮਾਜਿਕ ਕਾਰਨਾਂ ਦੇ ਕਾਰਨ ਵੀ ਬੰਦੇ ਦੀ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ। ਉਹਦਾ ਕਾਰਨ ਜ਼ਰੂਰੀ ਨਹੀਂ ਹੈ ਕਿ ਦਿਮਾਗ ਨਾਲ ਜੁੜਾ ਹੋਏ ਜਾਂ ਜੈਨੇਟਿਕਸ ਨਾਲ ਜੁੜਾ ਹੋਏ। ਇਸੇ ਕਰਕੇ ਹੁਣ ਅਸੀਂ ਜਿਹੜੀ ਟਰਮ ਵੀ ਯੂਜ਼ ਕਰਦੇ ਹਾਂ ਟੈਕਨੀਕਲੀ, ਤੇ ਅਸੀਂ ਮੈਂਟਲ ਹੈਲਥ ਨੂੰ ਸਾਈਕੋ ਸੋਸ਼ਲ ਹੈਲਥ ਕਹਿੰਦੇ ਹਾਂ, ਕਿ ਸਾਈਕੋ ਪਾਰਟ ਹੈ ਉਹਦਾ ਜਿਹੜਾ ਸਾਈਕੋਲੋਜੀ ਤੋਂ ਆਉਂਦਾ ਹੈ, ਤੇ ਸੋਸ਼ਲ ਪਾਰਟ ਵੀ ਹੈਗਾ ਉਸਦਾ। ਫॉर ਇੰਸਟੈਂਸ ਭਾਰਤ 'ਚ ਅਸੀਂ ਦੇਖੀਏ ਅਗਰ, ਤਾਂ ਕਿਸਾਨ ਜਿਹੜੇ ਸਾਡੇ ਹੈਗੇ, ਕਿਸਾਨ ਹੈਗੇ, ਉਹਨਾਂ ਦੇ ਸੁਸਾਈਡ ਦੇ ਆંકੜੇ ਜੇ ਤੁਸੀਂ ਵੇਖੋ ਤੇ ਸਭ ਤੋਂ ਜ਼ਿਆਦਾ ਬੜਾ ਸੈਗਮੈਂਟ ਕਿਸਾਨਾਂ ਦਾ ਹੈ, ਔਰ ਦੂਜਾ ਸੈਗਮੈਂਟ ਹਾਊਸਵਾਈਫ ਦਾ ਹੈਗਾ ਨਾ। ਅਗਰ ਤੁਸੀਂ ਵੇਖੋ ਤਾਂ ਇਹਨਾਂ ਦੇ ਇਸ ਤਰ੍ਹਾਂ ਦਾ ਕੋਈ ਮਾਨਸਿਕ ਬਿਮਾਰੀ ਦਾ ਉਹਨਾਂ ਦਾ ਬੈਕਗ੍ਰਾਉਂਡ ਨਹੀਂ ਹੁੰਦਾ। ਉਹਨਾਂ ਦੇ ਜਿਹੜੇ ਸੁਸਾਈਡ ਵੀ ਹੁੰਦੇ ਹਨ ਜਾਂ ਉਹਨਾਂ ਨੂੰ ਜਿਹੜੀ ਮਾਨਸਿਕ ਤਕਲੀਫਾਂ ਹਨ ਉਹ ਸਮਾਜਿਕ ਕਾਰਨ ਆ,
ਕਾਰਨ ਹੈਗੇ ਉਹਦੇ, ਜੈਸੇ ਲੋਨ ਹੈਗੇ, ਕਿਸਾਨਾਂ ਦੇ ਲੋਨ ਨਹੀਂ ਚੁਕਾ ਸਕਦੇ ਤੇ ਉਹਨਾਂ ਨੂੰ ਤਕਲੀਫ ਹੈ ਉਸਦੀ, ਜਾਂ ਹਾਊਸਵਾਈਫ ਦੇ ਵਿੱਚ ਅਸੀਂ ਵੇਖਿਆ ਪੈਂਡੇਮਿਕ ਵਿੱਚ ਵੀ ਕਿ ਘਰੇਲੂ ਹਿੰਸਾ ਦੇ ਕੇਸ ਇੰਨੇ ਜ਼ਿਆਦਾ ਸੀਗੇ ਔਰ ਉਸ ਕਰਕੇ ਉਹਨਾਂ ਮਹਿਲਾਵਾਂ ਦੀ ਮਾਨਸਿਕ ਸਿਹਤ 'ਚ ਅਸਰ ਪਿਆ, ਤੇ ਉਹਦਾ ਕੋਈ ਜੈਨੇਟਿਕ ਜਾਂ ਸਾਇੰਟਿਫਿਕ ਜਾਂ ਸਾਈਕੋਲੋਜੀਕਲ ਕਾਰਨ ਨਹੀਂ ਸੀਗਾ, ਉਹਦਾ ਸੋਸ਼ਲ ਕਾਰਨ ਸੀਗਾ। ਭਾਰਤ ਸੁਸਾਈਡ ਪ੍ਰੀਵੈਂਸ਼ਨ ਖਾਸਕਰ ਅਸੀਂ ਬਹੁਤ ਹੀ ਪਿਛੜੇ ਹੋਏ ਹਾਂ। ਸਾਡੇ ਕੋਲ ਇੱਕ ਦੂਜੇ ਦੇਸ਼ਾਂ 'ਚ ਇੱਕ ਡੈਡੀਕੇਟਿਡ ਹੈਲਪਲਾਈਨ ਹੁੰਦੀ ਹੈ ਸੁਸਾਈਡ ਲਈ, ਜਿਹੜੀ ਸਰਕਾਰ ਚਲਾਉਂਦੀ ਹੈ, ਤੇ ਉਹ ਵੀ ਨਹੀਂ ਹੈਗੀ। ਸਾਡੀ ਸੁਸਾਈਡ ਪ੍ਰੀਵੈਂਸ਼ਨ ਪਾਲਿਸੀ ਵੀ ਨਹੀਂ ਹੈਗੀ। ਮੈਂਟਲ ਹੈਲਥ ਨੂੰ ਲੈ ਕੇ ਦੂਜੇ ਦੇਸ਼ਾਂ 'ਚ ਜਿਹੜੇ ਹੈਲਥ ਕੇਅਰ ਵਰਕਰਸ ਨੇ, ਸਪੋਰਟ ਸਿਸਟਮ ਹੈ, ਉਹ ਬਹੁਤ ਹੀ ਚੰਗਾ ਹੈਗਾ, ਡਿਵੈਲਪਡ ਹੈਗਾ। ਇੱਥੇ ਸਾਡਾ ਇੱਕ ਪਿਰਾਮਿਡ ਹੁੰਦਾ ਹੈ, ਮੈਂਟਲ ਹੈਲਥ ਕੇਅਰ ਦਾ ਪਿਰਾਮਿਡ ਮਾਨਾ ਜਾਂਦਾ ਹੈ। ਉਹਦਾ ਫਰਸਟ ਜਿਹੜਾ ਪਾਇਦਾਨ ਹੁੰਦਾ ਹੈ ਉਹ ਹੁੰਦਾ ਪੀਅਰ, ਉਹ ਹੁੰਦਾ ਸੈਲਫ ਕੇਅਰ, ਕਿ ਬੰਦੇ ਨੂੰ, ਹਰ ਬੰਦੇ ਨੂੰ ਸਿਖਾਇਆ ਜਾਏ, ਸਕੂਲਾਂ ਤੋਂ ਕਾਲਜਾਂ ਤੋਂ ਸਿਖਾਇਆ ਜਾਏ ਕਿ ਕਿਸ ਤਰ੍ਹਾਂ, ਜੇ ਤੁਹਾਨੂੰ ਐਂਗਜ਼ਾਇਟੀ ਹੋ ਰਹੀ ਹੈ, ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਸਟ੍ਰੈਸ ਹੈ ਤਾਂ ਉਹਨੂੰ ਕਿਸ ਤਰ੍ਹਾਂ ਤੁਸੀਂ ਹੈਂਡਲ ਕਰਨਾ ਹੈ। ਫਿਰ ਹੁੰਦਾ ਪੀਅਰ ਸਪੋਰਟ, ਕਿ ਸਾਡੇ ਗਰੁੱਪਸ ਹੋਣ, ਬੇਸ਼ੱਕ ਪੜੋਸ 'ਚ ਹੋਣ, ਕਮਿਊਨਿਟੀ 'ਚ ਹੋਣ, ਗੁਰਦੁਆਰੇ 'ਚ ਹੋਣ, ਮੰਦਿਰ 'ਚ ਹੋਣ, ਤੇ ਜਿੱਥੇ ਲੋਕ ਇਕੱਠੇ ਹੋਣ ਤੇ ਇੱਕ ਦੂਜੇ ਨੂੰ ਸਪੋਰਟ ਕਰਨ। ਫਿਰ ਹੁੰਦਾ ਹੈ ਉਹਦਾ ਇਨਫਾਰਮਲ ਕੇਅਰ, ਜਿਸ ਵਿੱਚ ਮੈਂਟਲ ਹੈਲਥ ਫਰਸਟ ਏਡ ਆਉਂਦੀ ਹੈ, ਜਿਹੜੀ ਮੇਰੀ ਵੀ ਟ੍ਰੇਨਿੰਗ ਰਹੀ ਹੈ। ਸਾਈਕੋਲੋਜੀਕਲ ਫਰਸਟ ਏਡ ਹੁੰਦੀ ਹੈ, ਜਿੱਥੇ ਇੱਕ ਟ੍ਰੇਨਡ ਵਰਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਬੇਸਿਕ ਸਪੋਰਟ ਦਿੰਦਾ ਹੈ, ਤੁਹਾਨੂੰ ਗਾਈਡੈਂਸ ਦਿੰਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਇਸ ਸਿਚੁਏਸ਼ਨ ਨੂੰ ਹੈਂਡਲ ਕਰਨਾ ਹੈ। ਤੇ ਉਸ ਦੇ ਬਾਅਦ ਆਉਂਦੀ ਹੈ ਫਾਰਮਲ ਕੇਅਰ, ਜਿੱਥੇ ਕਾਉਂਸਲਰ ਆਉਂਦੇ ਹਨ। ਫਿਰ ਉਹ ਸਪੈਸੀਫਿਕ ਕਾਉਂਸਲਰ ਤੁਹਾਨੂੰ ਸਿਖਾਏਗਾ ਕਿ ਗ੍ਰੀਫ ਦਾ ਕਾਉਂਸਲਰ ਅਲੱਗ ਹੋਏਗਾ, ਕੈਰੀਅਰ ਦਾ ਕਾਉਂਸਲਰ ਅਲੱਗ ਹੋਏਗਾ, ਮੈਰਿਜ ਰਿਲੇਸ਼ਨਸ਼ਿਪ ਦਾ ਕਾਉਂਸਲਰ ਅਲੱਗ ਹੋਏਗਾ, ਤੇ ਉੱਥੇ ਫਿਰ ਸਪੈਸ਼ਲਾਈਜੇਸ਼ਨ ਆ ਜਾਂਦੀ ਹੈ। ਤੇ ਫਿਰ ਉਸ ਦੇ ਬਾਅਦ ਆਉਂਦੇ ਨੇ ਸਾਈਕੋਲੋਜਿਸਟ, ਸਾਈਕੋਥੈਰੇਪਿਸਟ, ਔਰ ਫਿਰ ਲਾਸਟ ਲੈਵਲ ਸਾਈਕੈਟਰਿਸਟ ਆਉਂਦੇ ਹਨ। ਤੇ ਹਰ ਬੰਦੇ ਨੂੰ ਸਾਈਕੈਟਰਿਸਟ ਦੀ ਜ਼ਰੂਰਤ ਹੈਗੀ ਨਹੀਂ। ਜੇ ਇਹ ਸਾਰੇ ਸਿਸਟਮ ਹੋਣ ਤੇ ਹਰ ਬੰਦੇ ਨੂੰ ਸਾਈਕੈਟਰਿਸਟ ਦੇ ਕੋਲ ਜਾਣੇ ਦੀ ਜ਼ਰੂਰਤ ਨਹੀਂ ਹੈ। ਦੂਜੀ ਚੀਜ਼, ਭਾਰਤ ਵਿੱਚ ਸਾਈਕੈਟਰਿਸਟ 4500 करीब है। कैलकुलेट उसको करोगे आप तो एक 10 लाख ਬੰਦਿਆਂ ਲਈ ਇੱਕ ਸਾਈਕੋਲੋਜਿਸਟ ਵੀ, ਇੱਕ ਸਾਈਕੈਟਰਿਸਟ ਵੀ ਪੂਰਾ ਨਹੀਂ ਹੈਗਾ ਸਾਡੇ ਕੋਲ, ਇੱਕ ਤੋਂ ਵੀ ਘੱਟ ਹੈਗਾ। ਤੁਸੀਂ ਇਹਨੂੰ ਲਾਂਸੈਟ ਨੇ ਇਹ ਕੈਲਕੂਲੇਸ਼ਨ ਕੀਤਾ ਸੀ, ਲਾਂਸੈਟ ਜਰਨਲ ਨੇ, ਤੇ ਉਹ ਨੰਬਰਸ ਵੱਧ ਨਹੀਂ ਸਕਦੇ, ਅਚਾਨਕ ਨਹੀਂ ਵੱਧ ਸਕਦੇ, ਬਿਕੋਜ਼ ਟ੍ਰੇਨਿੰਗ 'ਚ ਟਾਈਮ ਲੱਗਦਾ ਹੈ, ਉਹਨਾਂ ਦੇ ਰਿਸਰਚ ਵਿੱਚ ਟਾਈਮ ਲੱਗਦਾ ਹੈ, ਤੇ ਉਸ ਗੈਪ ਨੂੰ ਪੂਰਾ ਕਰਨ ਲਈ 70-80 ਸਾਲ ਲੱਗ ਜਾਂਦੇ ਨੇ। ਤੇ ਉਸ ਵਿੱਚ ਅਸੀਂ ਕੀ ਕਰੀਏ ਫਿਰ? ਤੇ ਉਸ ਵਿੱਚ ਇਹ ਜਿਹੜਾ ਗੈਪ ਹੈਗਾ ਭਾਰਤ 'ਚ, ਕਿ ਪੀਅਰ ਸਪੋਰਟ ਹੈਗਾ ਨਹੀਂ। ਸਪੋਜ਼ ਕਿਸਾਨਾਂ ਲਈ ਪੰਚਾਇਤ 'ਚ ਸਪੋਜ਼ ਇੱਕ ਮੈਂਟਲ ਹੈਲਥ ਸੋਸ਼ਲ ਵਰਕਰ ਹੈ, ਹਰ ਪੰਚਾਇਤ 'ਚ ਹੈ, ਤੇ ਫਿਰ ਉਹ ਬਰਡਨ ਕਮ ਹੋ ਜਾਏਗਾ। ਉਹ ਬੰਦੇ ਉੱਥੇ ਜਾ ਸਕਦੇ ਹਨ, ਉੱਥੇ ਆਪਣੀ ਗੱਲ ਕਰ ਸਕਦੇ ਹਨ, ਤੇ ਉਹ ਸਕਰੀਨਿੰਗ ਕਰ ਸਕਦਾ ਹੈ, ਹੈਲਪ ਕਰ ਸਕਦਾ ਹੈ। ਤੇ ਫਿਰ ਉਹਨੂੰ ਅਗਰ ਲੱਗਦਾ ਕਿ ਨਹੀਂ, ਇਹ 40 में से 40 ਬੰਦੇ ਮੇਰੇ ਕੋਲ ਆਏ, ਤੇ 4 ਬੰਦਿਆਂ ਨੂੰ ਕੇਵਲ ਜ਼ਰੂਰਤ ਹੈਗੀ ਦਵਾਈ ਦੀ ਜਾਂ ਸਾਈਕੈਟਰਿਸਟ ਕੋਲ ਜਾਣ ਦੀ, ਬਾਕੀਆਂ ਨੂੰ ਸੈਲਫ ਕੇਅਰ ਸਿਖਾਈਏ, ਮਾਈਂਡਫੁਲਨੈਸ ਸਿਖਾਈਏ, ਉਹਨਾਂ ਨੂੰ ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਸਿਖਾਈਏ, ਤਾਂ ਕਾਫੀ ਦਿੱਕਤਾਂ ਉਸ ਦੇ ਨਾਲ ਉਸ ਲੈਵਲ 'ਚ ਠੀਕ ਹੋ ਸਕਦੀਆਂ। ਤੇ ਮੈਂਟਲ ਹੈਲਥ ਸੋਸ਼ਲ ਵਰਕਰ ਇੱਥੇ ਟ੍ਰੇਨਿੰਗ ਵੀ ਨਹੀਂ ਹੈਗੀ, ਫਰਸਟ ਏਡਰਸ ਦੀ ਟ੍ਰੇਨਿੰਗ ਨਹੀਂ ਹੈਗੀ, ਸਕੂਲਾਂ 'ਚ ਅਸੀਂ ਨਹੀਂ ਪੜਾਉਂਦੇ। ਹਰ ਸਕੂਲ 'ਚ ਸ਼ਹਿਰਾਂ ਦੇ ਲੀਸਟ ਦੇ ਹੈ, ਉਹ ਕਾਉਂਸਲਰ ਇੱਕ ਲਗਾ ਲੈਂਦੇ ਨੇ, ਬਟ ਉਹ ਕਾਉਂਸਲਰ ਵੀ ਕਿੰਨਾ ਅਵੇਲੇਬਲ ਹੈ, ਕਿੰਨਾ ਟ੍ਰੇਨਡ ਹੈ ਬੱਚਿਆਂ ਨੂੰ ਹੈਂਡਲ ਕਰਨ ਲਈ, ਕੀ ਸਿਖਾਉਂਦਾ ਹੈ, ਸਾਨੂੰ ਨਹੀਂ ਪਤਾ। ਤੇ ਜੇ ਸਕੂਲਾਂ ਵਿੱਚ ਟ੍ਰੇਨਿੰਗ ਦੇਣੀ ਅਸੀਂ ਸ਼ੁਰੂ ਕਰੀਏ, ਤੇ ਪੂਰੀ ਪੀੜ੍ਹੀ ਨੂੰ ਮਾਨਸਿਕ ਸਵਾਸਥ ਦਾ ਮਹੱਤਵ ਵੀ ਪਤਾ ਚੱਲੇਗਾ, ਤੇ ਉਹ ਫਿਰ ਪੀਅਰ ਸਪੋਰਟ ਬਣ ਕੇ ਇੱਕ ਦੂਜੇ ਨੂੰ ਸਪੋਰਟ ਕਰ ਸਕਣਗੇ। ਮਹਾਮਾਰੀ ਦਾ ਇੱਕ ਤਾਂ ਇਹ ਹੋਇਆ ਕਿ ਅਸੀਂ ਜਿਹੜੇ ਵੀ ਹੁਣ ਲੋਕ ਹਾਂ, ਸਾਡੇ ਕੋਲ ਕੋਈ ਕੰਟੈਕਸਟ ਨਹੀਂ ਹੈਗਾ, ਅਸੀਂ ਪਹਿਲੀ, ਸਾਡੇ ਜ਼ਿੰਦਗੀ ਦੀ ਪਹਿਲੀ ਮਹਾਮਾਰੀ ਹੈ, ਤੇ ਹਰ ਬੰਦਾ ਪਰੇਸ਼ਾਨ ਰਿਹਾ। ਪਹਿਲੇ ਕੁਝ ਮਹੀਨੇ ਤਾਂ ਸਾਨੂੰ ਸਮਝ ਹੀ ਨਹੀਂ ਆਇਆ ਕੀ ਕਰੀਏ। ਲਾਕਡਾਊਨ ਸੀਗਾ, ਕਿਸ ਤਰ੍ਹਾਂ ਉਸਨੂੰ ਸੰਭਾਲੀਏ, ਸਾਡੀ ਹੋਰ ਜ਼ਿੰਮੇਦਾਰੀਆਂ ਸੀਗੀਆਂ, ਪਰਿਵਾਰ ਦੀ ਸੀ, ਕੰਮ ਦੀ ਸੀ, ਤੇ ਹਰ ਬੰਦੇ ਨੂੰ ਕੁਝ ਮਹੀਨੇ ਤਾਂ ਐਡਜਸਟ ਕਰਨ 'ਚ ਲੱਗੇ ਕਿ ਕੀ ਨਵੀਂ, ਜਿਹਨੂੰ ਨਿਊ ਨਾਰਮਲ ਕਹਿੰਦੇ ਹੁਣ, ਕਿ ਨਵੀਂ ਤਰ੍ਹਾਂ ਦੀ ਜ਼ਿੰਦਗੀ ਸਾਨੂੰ ਜੀਣੀ ਪਏਗੀ। ਤੇ ਐਡਜਸਟ ਕਰਨ ਵਿੱਚ ਵੀ ਬਹੁਤ ਦਿੱਕਤਾਂ ਆਈਆਂ, ਨਈ ਤਰ੍ਹਾਂ ਦੇ ਤੁਹਾਨੂੰ ਰੋਜ਼ ਨਏ ਤਰਕੀਬਾਂ ਕਰਨ ਪਈਆਂ ਕਿ ਕਿਸ ਤਰ੍ਹਾਂ ਇਹਨੂੰ ਹੈਂਡਲ ਕਰੀਏ, ਕਿਸ ਤਰ੍ਹਾਂ ਬੱਚਿਆਂ ਨੂੰ ਹੈਂਡਲ ਕਰੀਏ, ਕਿਸ ਤਰ੍ਹਾਂ ਹੋਰ ਚੀਜ਼ਾਂ ਨੂੰ ਹੈਂਡਲ ਕਰੀਏ। ਤੇ ਉਹ ਐਡਜਸਟਮੈਂਟ ਕਾਰਨ ਬਹੁਤ ਲੋਕਾਂ ਨੂੰ ਤਕਲੀਫ ਹੋਈ। ਤੇ ਹੁਣ ਫਿਰ ਜਦ ਐਡਜਸਟ ਹੋ ਗਏ, ਤੇ ਫਿਰ ਵੈਕਸੀਨੇਸ਼ਨ ਨੂੰ ਲੈ ਕੇ ਕਾਫੀ ਤਰ੍ਹਾਂ ਦੀ ਮਿਸਇਨਫੋਰਮੇਸ਼ਨ ਆਉਣ ਲੱਗੀ, ਤੇ ਲੋਕ ਉਸ ਕਰਕੇ ਪਰੇਸ਼ਾਨ ਰਹੇ। ਭਾਰਤ ਵਿੱਚ ਪਾਰਟਿਕੂਲਰਲੀ ਤੁਸੀਂ ਵੇਖੋ, ਅਗਰ ਤਾਂ ਸੈਕੰਡ ਵੇਵ 'ਚ ਜਿਸ ਤਰ੍ਹਾਂ ਅਸੀਂ ਵੇਖਿਆ ਕਿ ਹਰ ਘਰ 'ਚ
ਕੇਸ ਸੀਗੇ, ਹਰ ਬੰਦੇ ਨੇ ਕਿਸੇ ਨਾ ਕਿਸੇ ਨੂੰ ਦੇਖਿਆ ਮਰਦੇ ਹੋਏ ਜਾਂ ਹਸਪੀਟਲ 'ਚ ਤਕਲੀਫ 'ਚ ਵੇਖਿਆ, ਤੇ ਉਹ ਸਭ ਦਾ ਜਿਹੜਾ ਜਿਹਨੂੰ ਅਸੀਂ ਕਲੈਕਟਿਵ ਟਰਾਮਾ ਕਹਿੰਦੇ ਹਨ, ਤੇ ਉਹ ਕਲੈਕਟਿਵ ਟਰਾਮਾ ਹੋਇਆ ਸੋਸਾਇਟੀ ਵਿੱਚ। ਜਿਸ ਤਰ੍ਹਾਂ ਉਸ ਦੌਰਾਨ ਲੋਕੀ ਅਕਸਰ ਮੈਨੂੰ ਲੋਕੀ ਕਹਿੰਦੇ ਸੀ ਕਿ ਮੈਂ WhatsApp ਦੇਖਣਾ ਬੰਦ ਕਰ ਦਿਆ, ਮੈਂ ਕਾਲ ਨਹੀਂ ਚੱਕਦਾ, ਕਿ ਵੀ ਕਾਲ ਆਏਗੀ ਤੇ ਬੁਰੀ ਖਬਰ ਆਣੀ ਹੈ, ਮੈਸੇਜ ਹੋਏਗਾ ਤਾਂ ਬੁਰੀ ਖਬਰ ਦਾ ਹੋਊਗਾ। ਤੇ ਉਹ ਜਿਹੜਾ ਕਲੈਕਟਿਵ ਟਰਾਮਾ ਹੈ, ਉਹ ਵੇਵ ਖਤਮ ਹੋ ਗਈ, ਉਹਦੇ ਬਾਅਦ ਵੈਕਸੀਨ ਆਣੀ ਸ਼ੁਰੂ ਹੋ ਗਈ ਤੇ ਥੋੜੀ ਚੀਜ਼ਾਂ ਨਾਰਮਲ ਹੋਈਆਂ, ਪਰ ਫਿਰ ਵੀ ਜਿਹੜਾ ਉਹ ਟਰਾਮਾ ਹੈ ਉਹ ਰਹਿ ਗਿਆ। ਤੇ ਹਾਲੇ ਵੀ ਲੋਕ ਕੀ ਕਈ ਵਾਰੀ ਕਾਲ ਕਰਦੇ ਆ ਤੇ ਲੋਕੀ ਕਹਿੰਦੇ ਮੈਨੂੰ ਬੁਰੇ ਸੁਪਨੇ ਆਉਂਦੇ ਸੋਚ ਕੇ ਕਿ ਮੈਂ ਹਸਪੀਟਲ 'ਚ ਹਾਂ ਔਰ ਆਕਸੀਜਨ ਨਹੀਂ ਮਿਲ ਰਹੀ ਜਾਂ ਮੇਰਾ ਫਲਾਣਾ ਕੋਈ ਚਲਾ ਗਿਆ ਹੈ। ਤੇ ਟਰਾਮਾ ਹਾਲੇ ਵੀ ਰਿਹਾ ਹੈ, ਔਰ ਇਹੀ ਕਰਕੇ ਹੁਣ ਵੀ ਅਸੀਂ ਪੜ੍ਹਦੇ ਹਾਂ ਜਿਸ ਦਿਨ ਥਰਡ ਵੇਵ ਆਉਣ ਵਾਲੀ ਹੈ ਤੇ ਲੋਕੀ ਘਬਰਾਹਟ ਹੋਣ ਲੱਗਦੀ ਹੈ ਲੋਕਾਂ ਨੂੰ ਕਿ ਫਿਰ ਅਸੀਂ ਉੱਥੇ ਪਹੁੰਚ ਜਾਣਾ ਹੈ। ਤੇ ਇਸ ਕਰਕੇ ਇਹ ਜਿਹੜੀ ਅਨਸਰਟਨਿਟੀ ਹੈ, ਅਨਿਸ਼ਚਿਤਤਾ ਬਣੀ ਹੋਈ ਹੈ, ਤੇ ਇਹ ਕਰਕੇ ਲੋਕਾਂ ਨੂੰ ਮਾਨਸਿਕ ਤਕਲੀਫ ਤਾਂ ਹੈ। ਇੰਡੀਆ 'ਚ ਬੱਚੇ ਸਾਡੇ ਸਕੂਲ ਨਹੀਂ ਜਾ ਪਾ ਰਹੇ, 2-2.5 ਸਾਲ ਹੋ ਗਏ ਬੱਚਿਆਂ ਦਾ ਸਕੂਲ ਦਾ ਗੈਪ ਹੋ ਗਿਆ ਹੈ ਬਹੁਤ ਸਾਰਾ। ਬਹੁਤ ਸਾਰੇ ਲੋਕਾਂ ਦੀ ਨੌਕਰੀ ਚਲੀ ਗਈ ਹੈ, ਸਾਡੀ ਇਕਨੋਮੀ 'ਚ ਬੁਰਾ ਅਸਰ ਪਿਆ ਹੈ, ਬਿਜ਼ਨਸ ਲੋਕਾਂ ਦੇ ਠੱਪ ਹੋ ਗਏ ਹੈ, ਤੇ ਉਹ ਜਿਹੜੇ ਸੋਸ਼ੋ ਇਕਨੋਮਿਕ ਸਾਡੇ ਫੈਕਟਰ ਹੈ, ਉਹਨਾਂ ਦੇ ਕਾਰਨ ਵੀ ਲੋਕਾਂ ਦੀ ਮਾਨਸਿਕ ਸਿਹਤ 'ਚ ਬਹੁਤ ਹੀ ਬੁਰਾ ਅਸਰ ਪਿਆ ਹੈ। ਜ਼ਰੂਰੀ ਹੈ, ਅਸੀਂ ਇੰਨੀ ਵੱਡੀ ਪੋਪੂਲੇਸ਼ਨ ਹੈ ਤੇ ਹਰ ਬੰਦਾ ਨਹੀਂ ਸਾਈਕੈਟ੍ਰਿਸਟ ਕੋਲ ਜਾ ਸਕਦਾ, ਹਰ ਬੰਦੇ ਨੂੰ ਥੈਰੇਪੀ ਸੈਸ਼ਨ ਅਸੀਂ ਦੇ ਵੀ ਨਹੀਂ ਸਕਦੇ, ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਤੇ ਬੰਦੇ ਸਾਡੇ ਕੋਲ ਟ੍ਰੇਨ ਨਹੀਂ ਹੈਗੇ। ਤੇ ਫਿਰ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਬੰਦਾ ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਸਿੱਖੇ, ਤੇ ਜਿਹੜੇ ਉਹਦੇ ਕੋਲ ਲੋਕੀ ਹੈਗੇ ਨੇ, ਉਹਦੇ ਦੋਸਤ ਹੈ, ਪੜੋਸੀ, ਬਜ਼ੁਰਗ ਹੈ ਪਰਿਵਾਰ 'ਚ, ਤੇ ਉਹਨਾਂ ਦਾ ਖਿਆਲ ਰੱਖ ਸਕੇ। ਤੇ ਪਹਿਲੇ ਤਾਂ ਸਮਝਣਾ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਕਿਸ ਤਰ੍ਹਾਂ ਚਲੇਗਾ ਕਿ ਮੇਰੀ ਮਾਨਸਿਕ ਸਿਹਤ ਖਰਾਬ ਹੋ ਰਹੀ ਹੈ ਜਾਂ ਇਸ ਬੰਦੇ ਦੀ ਖਰਾਬ ਹੋ ਰਹੀ ਹੈ। 2-3 ਚੀਜ਼ਾਂ, ਇੱਕ ਜੇ ਤੁਹਾਡੀ ਨੀਂਦ 'ਚ ਬਦਲਾਅ ਹੋ ਰਿਹਾ ਹੈ, ਜਾਂ ਤੁਸੀਂ ਬਹੁਤ ਜ਼ਿਆਦਾ ਸੌਣ ਲੱਗੇ ਹੋ, ਜਾਂ ਤੁਹਾਨੂੰ ਨੀਂਦ ਹੀ ਨਹੀਂ ਆਉਂਦੀ, ਜਾਂ ਤੁਹਾਡੇ ਖਾਣੇ 'ਚ ਤੁਸੀਂ ਪਹਿਲਾਂ ਤੁਹਾਨੂੰ ਭੁੱਖ ਲੱਗਦੀ ਸੀ, ਹੁਣ ਭੁੱਖ ਨਹੀਂ ਲੱਗ ਰਹੀ, ਜਾਂ ਤੁਸੀਂ ਜ਼ਿਆਦਾ ਹੀ ਖਾਈ ਜਾ ਰਹੇ ਹੋ ਘਬਰਾਹਟ 'ਚ, ਫਿਰ ਤੁਹਾਡਾ ਜੋ ਨਾਰਮਲ ਨੇਚਰ ਹੈ, ਫॉर इंस्टेंस ਕੋਈ ਬੰਦਾ ਹੈ ਬੜਾ ਹਸਮੁਖ ਸੀਗਾ, ਸਭ ਦੇ ਨਾਲ ਮਿਲਦਾ ਸੀ, ਹੁਣ ਅਕੇਲਾ ਰਹਿਣ ਲੱਗਿਆ, ਚੁੱਪ ਰਹਿਣ ਲੱਗਿਆ, ਜਾਂ ਇਹ ਤੋਂ ਉਲਟਾ ਹੋ ਗਿਆ, ਬੰਦਾ ਚੁੱਪ ਰਹਿੰਦਾ ਸੀ ਤੇ ਹੁਣ ਉਹ ਜਾ ਕੇ ਹੱਸੀ ਜਾਂਦਾ ਹਰ ਸਮੇਂ ਹਰ ਦਿਨ। ਤੇ ਇਫ ਡਰਾਸਟਿਕ ਚੇਂਜ ਤੁਸੀਂ ਵੇਖੋ ਬੰਦੇ ਦੇ ਬਿਹੇਵੀਅਰ 'ਚ, ਤੇ ਇਹ 2-3 ਚੀਜ਼ਾਂ ਤੁਹਾਨੂੰ ਅਗਰ ਆਸ-ਪਾਸ ਦਿਖਦੀਆਂ ਜਾਂ ਆਪਣੇ 'ਚ ਤੁਸੀਂ ਅਬਜ਼ਰਵ ਕਰੋ, ਤੇ ਇਸ ਦਾ ਮਤਲਬ ਹੈ ਕਿ ਕहीं ਨਾ ਕहीं ਉਹਦੇ ਮਾਨਸਿਕ ਸਿਹਤ ਥੋੜੀ ਗੜਬੜ ਹੋਈ ਹੈ ਜਾਂ ਕੁਝ ਤਕਲੀਫ ਉਹਨੂੰ ਹੈ। ਤੇ ਹੁਣ ਖਿਆਲ ਕਿਸ ਤਰ੍ਹਾਂ ਰੱਖਣਾ ਹੈ? ਖਿਆਲ ਪਹਿਲੀ ਚੀਜ਼ ਤਾਂ ਇਹ ਕਿ ਹਰ ਸਮੇਂ ਤੁਹਾਨੂੰ ਅਲਰਟ ਰਹਿਣਾ ਹੈ, ਹਰ ਸਮੇਂ ਤੁਸੀਂ ਅਵੇਅਰ ਰਹੋ ਕਿ ਤੁਹਾਡੀ ਮਾਨਸਿਕ ਸਿਹਤ 'ਚ ਕਿਹੜਾ ਚੇਂਜ ਆ ਰਿਹਾ ਹੈ। ਜਿਸ ਤਰ੍ਹਾਂ ਅਸੀਂ ਧਿਆਨ ਰੱਖਦੇ ਹਾਂ, ਅੱਜ ਮੈਨੂੰ ਥੋੜੀ ਹਰਾਰਤ ਲੱਗ ਰਹੀ ਹੈ, ਬੁਖਾਰ ਤਾਂ ਨਹੀਂ ਹੋ ਰਿਹਾ, ਉਸੇ ਤਰ੍ਹਾਂ ਤੁਹਾਨੂੰ ਧਿਆਨ ਰੱਖਣਾ ਹੈ ਕਿ ਮੇਰੀ ਮਾਨਸਿਕ ਸਿਹਤ ਖਰਾਬ ਤਾਂ ਨਹੀਂ ਹੋ ਰਹੀ, ਮੈਂ ਠੀਕ ਹਾਂ। ਤੇ ਉਸੇ ਤਰ੍ਹਾਂ ਸਾਡੇ ਆਸ-ਪਾਸ ਜਿਹੜੇ ਲੋਕ ਹਨ, ਬੱਚੇ ਹੈ, ਬਜ਼ੁਰਗ ਹੈ, ਉਹਨਾਂ ਨੂੰ ਵੇਖਣਾ ਹੈ ਕਿ ਇਹਨਾਂ ਦੇ ਬਿਹੇਵੀਅਰ ਵਿੱਚ ਕੁਝ ਚੇਂਜ ਤਾਂ ਨਹੀਂ ਹੋ ਰਿਹਾ, ਇਹਨਾਂ ਦਾ ਰੂਟੀਨ ਕੋਈ ਡਰਾਸਟਿਕ ਚੇਂਜ ਤਾਂ ਨਹੀਂ ਹੋ ਰਿਹਾ, ਤੇ ਤੁਹਾਨੂੰ ਪਤਾ ਚਲੇਗਾ ਕਿ ਕੁਝ ਗੜਬੜ ਹੈ। ਤੇ ਪਹਿਲੀ ਸਟੇਜ ਹੋਈ ਹੈ ਕਿ ਉਹਨਾਂ ਨੂੰ ਤੁਸੀਂ ਸ਼ਰਮਿੰਦਾ ਨਹੀਂ ਕਰਨਾ ਇਸ ਦੇ ਬਾਰੇ, ਉਹਨਾਂ ਦੇ ਨਾਲ ਤੁਸੀਂ ਗੱਲ ਕਰੋ, ਉਹਨਾਂ ਤੋਂ ਪੁੱਛੋ ਤੁਸੀਂ ਠੀਕ ਹੋ, ਤੁਸੀਂ ਠੀਕ ਤਾਂ ਹੋ, ਤੁਹਾਨੂੰ ਕੋਈ ਤਕਲੀਫ ਹੈ, ਤੁਸੀਂ ਸੌ ਰਹੇ ਹੋ ਠੀਕ, ਤੁਹਾਨੂੰ ਭੁੱਖ ਲੱਗਦੀ ਹੈ ਕਿ ਨਹੀਂ, ਕੀ ਵਿਚਾਰ ਆਉਂਦੇ ਨੇ ਤੁਹਾਡੇ ਮਨ ਵਿੱਚ, ਤੁਹਾਡੇ ਕੋਈ ਡਰ ਹੈ ਤਾਂ ਮੈਨੂੰ ਦੱਸੋ, ਮੈਂ ਕੁਝ ਕਰ ਸਕਦਾ ਤੁਹਾਡੇ ਲਈ ਉਹ ਦੱਸੋ। ਤੇ ਇਸ ਤਰ੍ਹਾਂ ਬਾਤਚੀਤ ਅਗਰ ਪਰਿਵਾਰ ਵਿੱਚ ਹੀ ਹੋਏ ਜਾਂ ਕਲੀਗਸ ਹਨ ਜਾਂ ਦੋਸਤ ਹਨ, ਅਗਰ ਉਸ ਤਰ੍ਹਾਂ ਓਪਨ ਬਾਤਚੀਤ ਹੋਏ, ਤੇ ਅਕਸਰ ਬੰਦੇ ਦੀ ਜਿਹੜੀ ਘਬਰਾਹਟ ਹੈ, ਜਿਸ ਤਰ੍ਹਾਂ ਕਹਿੰਦੇ ਵੀ ਹਨ ਨਾ, ਦੁੱਖ ਸ਼ੇਅਰ ਕਰਨ ਨਾਲ ਆਦਾ ਹੋ ਜਾਂਦਾ ਹੈ, ਤੇ ਉਸੇ ਤਰ੍ਹਾਂ ਬੰਦਾ ਜਦ ਗੱਲ ਕਰਦਾ ਹੈ ਤੇ ਕਾਫੀ ਬਿਹਤਰ ਤਾਂ ਉਹਨੂੰ ਗੱਲ ਕਰਨ ਨਾਲ ਹੀ ਮਹਿਸੂਸ ਹੋਣ ਲੱਗਦਾ ਕਿ ਉਹ ਕੋਈ ਹੈਗਾ ਜਿਹੜਾ ਮੇਰੀ ਗੱਲ ਸੁਣ ਰਿਹਾ ਤੇ ਮੈਨੂੰ ਸਮਝ ਰਿਹਾ। ਤੇ ਉਸ ਦੇ ਬਾਅਦ ਵੀ ਅਗਰ ਤੁਹਾਨੂੰ ਲੱਗਦਾ ਕਿ ਇਹ ਥੋੜੀ ਜ਼ਿਆਦਾ ਤਕਲੀਫ 'ਚ ਹੈ ਜਾਂ ਉਹਦੀ ਮੁਸ਼ਕਿਲ ਥੋੜੀ ਜ਼ਿਆਦਾ ਹੈ, ਤੇ ਫਿਰ ਤੁਹਾਨੂੰ ਅਵੇਅਰ ਹੋਣਾ ਚਾਹੀਦਾ ਕਿ ਕੀ ਨੈਕਸਟ ਕਰਨਾ ਹੈ। ਪਹਿਲਾ ਸਟੈਪ ਇਹੀ ਹੈ ਕਿ ਭਾਰਤ ਵਿੱਚ ਥੈਂਕਫੁਲੀ ਕੋਵਿਡ ਦੇ ਦੌਰਾਨ ਕਾਫੀ ਹੈਲਪਲਾਈਨਸ ਹੋ ਗਈਆਂ ਹਨ, ਐਂਡ ਕਾਫੀ ਅਲੱਗ-ਅਲੱਗ ਭਾਸ਼ਾਵਾਂ 'ਚ ਵੀ ਹੈਗੀਆਂ। ਸਰਕਾਰ ਨੇ ਕਿਰਨ ਹੈਲਪਲਾਈਨ ਸ਼ੁਰੂ ਕੀਤੀ, ਜਿਹੜੀ 28 ਭਾਰਤੀ ਭਾਸ਼ਾਵਾਂ 'ਚ ਉੱਥੇ ਕਾਉਂਸਲਿੰਗ ਹੁੰਦੀ ਹੈ, ਤੇ ਬਹੁਤ ਸਾਰੀ ਦੂਜੀ ਆਰਗੇਨਾਈਜੇਸ਼ਨਸ ਵੀ ਹੈਲਪਲਾਈਨ ਚਲਾਉਂਦੀਆਂ ਹਨ ਸਭੀ ਭਾਸ਼ਾਵਾਂ ਵਿੱਚ, ਤੇ ਉੱਥੇ ਬੰਦਾ ਪਹਿਲੇ ਗੱਲ ਕਰ ਸਕਦਾ ਹੈ। ਉੱਥੇ ਫਿਰ ਤੁਹਾਡੇ ਟ੍ਰੇਨਡ ਬੰਦੇ ਹੁੰਦੇ ਹਨ ਸੁਣਨ ਵਾਲੇ, ਜਿਹੜੇ ਰੈਫਰ ਕਰ ਸਕਦੇ ਹਨ, ਤੁਹਾਨੂੰ ਕਾਉਂਸਲਰ ਨੂੰ ਰੈਫਰ ਕਰ ਸਕਦੇ ਹਨ, ਜਾਂ ਤੁਹਾਨੂੰ ਫਰਦਰ ਕਹਿ ਸਕਦੇ ਹਨ ਕਿ ਤੁਸੀਂ 4 ਦਿਨ ਬਾਅਦ ਸਾਨੂੰ ਫੋਨ ਕਰੋ, ਫਿਰ ਉਹ ਕੋਈ ਸਲਾਹ ਦੇਣਗੇ। ਤੇ ਇਹ ਤੁਹਾਨੂੰ ਅਵੇਅਰ, ਤੁਹਾਡੇ ਕੋਲ ਇਹ ਰਿਸੋਰਸਿਸ ਹੋਣ ਚਾਹੀਦੇ। ਕਈ ਵਾਰ ਹੁੰਦਾ ਇਹ ਇੱਕ ਹੋਰ ਚੀਜ਼ ਮੈंने ਨੋਟਿਸ ਕੀਤਾ, ਬੰਦੇ ਕਹਿੰਦੇ ਨੇ ਕਿ ਮੈਂ ਉਹਨੂੰ ਕਿਹਾ ਕਿ ਤੁਸੀਂ ਹੈਲਪਲਾਈਨ 'ਚ ਫੋਨ ਕਰੋ, ਤਾਂ ਬੰਦਾ ਕਹਿੰਦਾ ਮੈਂ ਕੋਈ ਪਾਗਲ ਹਾਂ, ਮੈਨੂੰ ਤੁਸੀਂ ਪਾਗਲ ਹੀ ਹੈਲਪਲਾਈਨ 'ਚ ਭੇਜ ਰਿਹਾ। ਤੇ ਇਹ ਵੀ ਬੈਰੀਅਰ
ਬੈਰੀਅਰ ਹੈਗਾ, ਮੈਂਟਲ ਬੈਰੀਅਰ ਹੈਗਾ, ਤੇ ਉਹ ਤੁਹਾਨੂੰ ਥੋੜੀ ਟੈਕਟਫੁਲਨੈਸ ਆਣੀ ਚਾਹੀਦੀ, ਤੁਹਾਡਾ ਤਰੀਕਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਬੰਦੇ ਨੂੰ ਇਹ ਨਾ ਲੱਗੇ ਕਿ ਤੁਸੀਂ ਉਹਨੂੰ ਲੇਬਲ ਕਰ ਰਹੇ ਹੋ ਜਾਂ ਤੁਸੀਂ ਉਹਨੂੰ ਧਕੇਲ ਰਹੇ ਹੋ ਉੱਥੇ ਕਿ ਤੂੰ ਜਾ ਉੱਥੇ। ਬੰਦੇ ਨੂੰ ਇਹ ਲੱਗਣਾ ਚਾਹੀਦਾ ਹੈ ਕਿ ਤੁਸੀਂ ਜੈਨੂਇਨਲੀ ਬੰਦੇ ਦੇ ਨਾਲ ਤੁਸੀਂ ਜੁੜੇ ਹੋਏ ਹੋ, ਤੁਹਾਨੂੰ ਉਹਦੀ ਚਿੰਤਾ ਹੈ, ਤੇ ਜਾ ਕੇ ਉੱਥੇ ਸ਼ਾਇਦ ਉਹ ਗੱਲ ਕਰ ਸਕੇ। ਇੱਕ ਹੋਰ ਫਾਇਦਾ ਹੁੰਦਾ ਹੈ ਹੈਲਪਲਾਈਨ 'ਚ, ਕਈ ਵਾਰ ਬੰਦੇ ਝਿਜਕਦੇ ਹਨ ਕਿ ਕਿਸੇ ਜਾਣਨੇ ਵਾਲੇ ਡਾਕਟਰ ਦੇ ਕੋਲ ਜਾਈਏ, ਪਤਾ ਨਹੀਂ ਕੀ ਸਮਝੇ ਮੇਰੇ ਬਾਰੇ 'ਚ, ਤੇ ਹੈਲਪਲਾਈਨ 'ਚ ਉਹਨਾਂ ਨੂੰ ਐਨੋਨਿਮਸ ਰੱਖਿਆ ਜਾਂਦਾ, ਉਹਨਾਂ ਦਾ ਨਾਂ, ਉਹਨਾਂ ਦੀ ਆਇਡੈਂਟੀਟੀ ਰਿਵੀਲ ਨਹੀਂ ਹੁੰਦੀ, ਤੇ ਕਈ ਵਾਰ ਅਣਜਾਣ ਵਿਅਕਤੀ ਦੇ ਨਾਲ ਉਹ ਜ਼ਿਆਦਾ ਖੁੱਲ ਕੇ ਆਪਣੀ ਬਾਤ ਕਰ ਸਕਦੇ ਹਨ ਕਿ ਉਹਨਾਂ ਨੂੰ ਕੀ ਤਕਲੀਫ ਹੈ। ਕਿਉਂਕਿ ਕਈ ਵਾਰ ਮੈਂਟਲ ਹੈਲਥ ਦੀ ਜੋ ਤਕਲੀਫ ਹੈ ਉਹ ਡਾਇਰੈਕਟਲੀ ਮੈਂਟਲ ਨਹੀਂ ਹੁੰਦੀ, ਕਈ ਵਾਰ ਉਹਨਾਂ ਦੀ ਸੋਸ਼ਲ ਕੋਈ ਤਕਲੀਫ ਹੈ, ਜੈਸੇ ਰਿਸ਼ਤੇ 'ਚ ਕੋਈ ਤਕਲੀਫ, ਟੈਨਸ਼ਨ ਚੱਲ ਰਹੀ ਹੈ, ਜਾਂ ਉਹਨੂੰ ਕੋਈ ਪੈਸੇ ਦੀ ਦਿੱਕਤ ਹੋ ਰਹੀ ਹੈ, ਜਾਂ ਕਈ ਵਾਰ ਸੈਕਸ਼ੂਅਲ ਤਕਲੀਫ ਕੋਈ ਹੈ ਨਾ, ਸੈਕਸ਼ੂਅਲ ਤਕਲੀਫ ਹੈ ਫॉर इंस्टेंस, ਤਾਂ ਬੰਦੇ ਨੇ ਪਰਿਵਾਰ ਵਾਲਾਂ ਦੇ ਨਾਲ ਕੰਫਰਟੇਬਲ ਨਹੀਂ ਹੋਊਗਾ ਡਿਸਕਸ ਕਰਨ 'ਚ, ਲੇਕਿਨ ਇੱਕ ਅਨੋਨਿਮਸ ਹੈਲਪਲਾਈਨ 'ਚ ਕਾਉਂਸਲਰ ਹੈ, ਉੱਥੇ ਬੰਦਾ ਸ਼ਾਇਦ ਖੁੱਲ ਕੇ ਆਪਣੀ ਗੱਲ ਕਹਿ ਸਕੇ। ਤੁਸੀਂ ਆਪਣੇ ਦੋਸਤ ਦੇ ਨਾਲ ਜਾਂ ਪਰਿਵਾਰ ਦੇ ਕਿਸੇ ਬੰਦੇ ਨਾਲ ਜਾਂ ਤੁਹਾਡੇ ਹਸਬੈਂਡ ਹੈ, ਵਾਈਫ ਹੈ, ਉਹਨਾਂ ਦੇ ਨਾਲ ਤੁਸੀਂ ਸ਼ੇਅਰ ਤਾਂ ਕਰ ਲਿੱਤਾ, ਤੇ ਹੁਣ ਨਹੀਂ ਹੋਇਆ, ਉਸ ਤੋਂ ਰਿਜ਼ੋਲਵ ਨਹੀਂ ਹੋਇਆ ਤੁਹਾਡਾ ਇਸ਼ੂ, ਤੁਹਾਨੂੰ ਫਿਰ ਵੀ ਲੱਗਦਾ ਹੈ ਕਿ ਤੁਹਾਡੀ ਸਿਹਤ 'ਚ ਅਸਰ ਪੜ ਰਿਹਾ, ਤੁਹਾਡੇ ਰੋਜ਼ਮर्रा ਦੇ ਕੰਮ 'ਚ ਉਹ ਪਰੇਸ਼ਾਨੀ ਦਖਲ ਦੇ ਰਹੀ ਹੈ, ਤੇ ਉਸ ਸਮੇਂ ਫਿਰ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਕਮ ਸੇ ਕਮ ਇੱਕ ਕਾਉਂਸਲਰ ਨਾਲ ਗੱਲ ਕਰੋ। ਕਾਉਂਸਲਰ ਹੈਲਪਲਾਈਨ 'ਚ ਵੀ ਹੋ ਸਕਦਾ ਹੈ, ਕਾਉਂਸਲਰ ਤੁਸੀਂ ਅਗਰ ਤੁਹਾਡੇ ਆਸ-ਪਾਸ ਹੈ ਤਾਂ ਤੁਸੀਂ ਜਾ ਕੇ ਵੀ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ, ਉਹ ਫਰਸਟ ਸਟੈਪ ਹੁੰਦਾ ਹੈ। ਕਾਉਂਸਲਰ ਦੇ ਕੋਲ ਤੁਸੀਂ ਜਾਓ ਤੇ ਲੋਕਾਂ ਦੇ ਬੜੇ ਮਿਥਸ ਹਨ ਕਿ ਉਹ ਜਾਂਦੇ ਹੀ ਦਵਾਈ ਦੇ ਦਿੰਦੇ ਨੇ, ਇੰਜੈਕਸ਼ਨ ਦੇ ਦਿੰਦੇ ਨੇ, ਤੁਹਾਨੂੰ ਦਾਖਲ ਕਰ ਦਿੰਦੇ ਪਾਗਲਾਂ ਦੇ ਵਾਰਡ ਵਿੱਚ। ਅਗੇਨ ਭਾਸ਼ਾ ਔਰ ਜਿਸ ਤਰ੍ਹਾਂ ਦੇ ਮਿਥਕ ਹੈ ਉਹ ਬੜੇ ਹੀ ਖਰਾਬ ਹਨ, ਤਾਂ ਇਹਦਾ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ। ਤੁਸੀਂ ਜਾਓ, ਪਹਿਲੇ ਉਹ ਤੁਹਾਡੀ ਪਰੇਸ਼ਾਨੀ ਸਮਝਣਗੇ ਤੇ ਤੁਹਾਨੂੰ ਗਾਈਡੈਂਸ ਦੇਣਗੇ ਕਿ ਤੁਹਾਨੂੰ ਇੱਕ ਤਰ੍ਹਾਂ ਦਾ ਸ਼ੀਸ਼ਾ ਦਿਖਾਉਣਗੇ ਕਿ ਇਹ ਫੈਕਟਰਸ ਹੈਗੇ ਤੁਹਾਡੀ ਲਾਈਫ ਦੇ, ਤੇ ਹੁਣ ਤੁਸੀਂ ਇਹਨਾਂ ਨੂੰ ਵੇਖੋ, ਇਹਨਾਂ ਨੂੰ ਸਾਡੇ ਕੋਲ ਬੈਠ ਕੇ ਤੁਸੀਂ ਐਨਾਲਾਈਜ਼ ਕਰੋ, ਤੇ ਅਸੀਂ ਇੱਕ ਨਿਸ਼ਕਰਸ਼ ਤੇ ਪਹੁੰਚੀਏ ਕਿ ਕੀ ਸਾਡੀ ਤਕਲੀਫ ਹੈ, ਕੀ ਸਾਡੀ ਤਕਲੀਫ ਦਾ ਕਾਰਨ ਹੈ, ਤੇ ਉਹਨੂੰ ਫਿਰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ, ਤੇ ਉਸ ਤੋਂ ਲੈ ਕੇ ਕਾਉਂਸਲਰ ਤੁਹਾਨੂੰ ਗਾਈਡ ਕਰਦੇ। ਫॉर इंस्टेंस ਮੇਰੇ ਕੋਲ ਮੈਂ ਗ੍ਰੀਫ ਕਾਉਂਸਲਰ ਹਾਂ, ਤੇ ਪੈਂਡੇਮਿਕ 'ਚ ਹਰ ਪਰਿਵਾਰ 'ਚ ਇੰਨੇ ਲੋਕਾਂ ਦੀ ਮੌਤਾਂ ਹੋਈਆਂ, ਤੇ ਕਈ ਵਾਰ ਪੂਰਾ ਪਰਿਵਾਰ ਆਂਦਾ ਸੀ, ਕਿਉਂਕਿ ਲਾਕਡਾਊਨ 'ਚ ਹੀ ਲੋਕ ਪਹਿਲੇ ਅਸੀਂ ਮਿਲਦੇ ਸੀ ਤੇ ਇਕੱਠੇ ਬੈਠ ਕੇ ਅਸੀਂ ਉਹ ਦੁੱਖ ਸ਼ੇਅਰ ਕਰਦੇ ਸੀ, ਤੇ ਉਹ ਸਾਡੇ ਕੋਲ ਸੀਗਾ ਨਹੀਂ, ਤੇ ਫਿਰ ਕੀ ਕਰੀਏ। ਤੇ ਕਈ ਵਾਰ ਮੈਂ ਪਰਿਵਾਰਾਂ ਦੇ ਨਾਲ ਅਸੀਂ ਇਸ ਤਰ੍ਹਾਂ ਦੀ ਵੀਡੀਓ ਕਾਲ 'ਚ ਸਭ ਨੂੰ ਇਕੱਠਾ ਕਰਕੇ ਅਸੀਂ ਆਪਣਾ ਗ੍ਰੀਫ ਸ਼ੇਅਰ ਕੀਤਾ ਬੰਦਿਆਂ ਨੇ, ਐਂਡ ਉਹ ਗਰੁੱਪ ਮਿਕਸ ਗਰੁੱਪ, ਬੱਚੇ ਵੀ ਸੀਗੇ, ਬਜ਼ੁਰਗ ਵੀ ਸੀਗੇ, ਤੇ ਉਹਦੇ ਬਾਅਦ ਸਭ ਨੂੰ ਥੋੜਾ ਹਲਕਾ ਮਹਿਸੂਸ ਹੋਇਆ, ਸਭ ਨੂੰ ਥੋੜਾ ਬੈਟਰ ਮਹਿਸੂਸ ਹੋਇਆ। ਤੇ ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਵਿੱਚ ਵੀ, ਅਗਰ ਤੁਹਾਨੂੰ ਲੱਗਦਾ ਸਪੋਜ਼ 10 ਬੰਦੇ ਹਨ ਤੇ ਇੱਕ ਪਰਿਵਾਰ 'ਚ ਮੌਤ ਹੋਈ ਹੈ, ਤੇ ਉਹ 10 ਬੰਦਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦਾ ਉਸਦਾ ਅਸਰ ਹੋਏਗਾ, ਸਭ ਨੂੰ ਇੱਕ ਜਿਹਾ ਨਹੀਂ ਹੁੰਦਾ ਅਸਰ। ਕੋਈ ਬੰਦਾ ਇੱਕ ਹਫ਼ਤੇ ਬਾਅਦ ਸਮਝ ਜਾਏਗਾ, ਕੋਈ ਬੰਦਾ ਇੱਕ ਮਹੀਨੇ ਬਾਅਦ ਸਮਝ ਜਾਏਗਾ, ਕਿਸੇ ਬੰਦੇ ਨੂੰ ਰੋ ਕੇ ਜਾਂ ਘਬਰਾਹਟ ਹੋ ਕੇ ਉਸਦੀ ਹਾਲਤ ਖਰਾਬ ਹੋ ਜਾਏਗੀ, ਤੇ ਉਸ ਬੰਦੇ ਨੂੰ ਫਿਰ ਫਰਦਰ ਹੈਲਪ ਲਈ ਜਾਣਾ ਚਾਹੀਦਾ ਹੈ। ਤੇ ਇਹ ਹਰ ਬੰਦੇ ਦਾ ਇੰਡੀਵਿਜੂਅਲ आपको वो देखना पड़ेगा कि ਕਿਹੜੇ ਬੰਦੇ ਨੂੰ ਕਿੰਨੀ ਮਦਦ ਦੀ ਜ਼ਰੂਰਤ ਹੈ। ਮੈਂਟਲ ਹੈਲਥ ਦੀ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਲੈਵਲ ਦਾ ਸਪੋਰਟ ਸਿਸਟਮ ਹੁੰਦਾ ਹੈ ਤੇ ਮਦਦ ਹੁੰਦੀ ਹੈ। ਪਹਿਲੀ ਜਿਹੜੀ ਹੁੰਦੀ ਹੈ ਉਹ ਲਿਸਨਿੰਗ ਹੀ ਹੈ, ਐਕਟਿਵ ਲਿਸਨਿੰਗ ਜਿਹਨੂੰ ਅਸੀਂ ਕਹਿੰਦੇ ਆ, ਜਾਂ ਰਿਫਲੈਕਟਿਵ ਲਿਸਨਿੰਗ, ਕਿ ਬੰਦਾ ਕੋਈ ਤੁਹਾਡੀ ਪਰੇਸ਼ਾਨੀ ਸੁਣਨ ਵਾਲਾ ਹੋਏ, ਜੋ ਬਿਨਾਂ ਕਿਸੇ ਜਜਮੈਂਟ ਦੇ, ਬਿਨਾਂ ਤੁਹਾਨੂੰ ਲੇਬਲ ਕਰਕੇ, ਬਿਨਾਂ ਤੁਹਾਨੂੰ ਪ੍ਰਤਾੜਿਤ ਕਰਕੇ, ਬਿਨਾਂ ਤੁਹਾਡੇ ਉੱਤੇ ਗੁੱਸੇ ਹੋ ਕੇ ਤੁਹਾਡੀ ਗੱਲ ਤਸੱਲੀ ਨਾਲ ਸੁਣੇ। ਤੇ ਉਹ ਐਕਟਿਵ ਲਿਸਨਿੰਗ, ਰਿਫਲੈਕਟਿਵ ਲਿਸਨਿੰਗ ਲਈ ਕੋਈ ਡਾਕਟਰ ਨਹੀਂ ਚਾਹੀਦਾ ਹੁੰਦਾ, ਕੋਈ ਵੀ ਕਰ ਸਕਦਾ ਹੈ, ਤੁਹਾਡਾ ਦੋਸਤ ਕਰ ਸਕਦਾ ਹੈ, ਤੁਹਾਡੀ ਫੈਮਿਲੀ ਦਾ ਕੋਈ ਬੰਦਾ ਕਰ ਸਕਦਾ ਹੈ, ਤੁਹਾਡਾ ਕਲੀਗ ਕਰ ਸਕਦਾ ਹੈ। ਉਸ ਤੋਂ ਬਾਅਦ ਹੁੰਦਾ ਹੈ ਪੀਅਰ ਸਪੋਰਟ, ਗਰੁੱਪ ਹੁੰਦੇ ਹਨ, ਤੇ ਉੱਥੇ ਸਪੋਜ਼ ਇੱਕ ਕੋਈ ਡਿਪਰੈਸ਼ਨ ਸਰਵਾਈਵਰਸ ਦਾ ਗਰੁੱਪ ਹੈ, ਤੇ ਉੱਥੇ ਉਹ ਆਪਣੇ ਲਿਵਡ ਐਕਸਪੀਰੀਅੰਸ ਸ਼ੇਅਰ ਕਰਦੇ ਹਨ। ਲਿਵਡ ਐਕਸਪੀਰੀਅੰਸ ਦਾ ਮਤਲਬ ਹੈ, ਸਪੋਜ਼ ਮੈਨੂੰ ਡਿਪਰੈਸ਼ਨ ਹੈ ਤਾਂ ਮੈਂ ਦੱਸਾਂਗੀ ਕਿ ਮੈਨੂੰ ਮਾਈਂਡਫੁਲਨੈਸ ਕਰਕੇ ਮੈਨੂੰ ਫਾਇਦਾ ਹੋਇਆ, ਦੂਜਾ ਬੰਦਾ ਦੱਸੇਗਾ ਕਿ ਨਹੀਂ ਮੈਨੂੰ ਐਕਸਰਸਾਈਜ਼ ਤੋਂ ਫਾਇਦਾ ਹੋਇਆ, ਮੈਂ ਇਹ ਕੀਤਾ। ਤੇ ਉਸ ਤਰ੍ਹਾਂ ਇੱਕ ਦੂਜੇ ਤੋਂ ਵੀ ਪੀਅਰ ਸਪੋਰਟ ਵਿੱਚ ਅਸੀਂ ਸਿੱਖਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਇਸ ਕੰਡੀਸ਼ਨ ਨੂੰ ਮੈਨੇਜ ਕਰੀਏ, ਉਹ ਪੀਅਰ ਸਪੋਰਟ ਹੁੰਦਾ ਹੈ। ਫਿਰ ਅਸੀਂ ਜਦ ਇਨਫਾਰਮਲ ਕੇਅਰ 'ਚ ਜਾਂਦੇ ਹਾਂ, ਫਾਰਮਲ ਕੇਅਰ 'ਚ ਜਾਂਦੇ ਹਾਂ, ਤਾਂ ਮੈਂਟਲ ਹੈਲਥ ਫਰਸਟ ਏਡਰ ਜਾਂ ਕਾਉਂਸਲਰ ਜਿਹੜਾ ਹੈ, ਉੱਥੇ ਤੁਹਾਨੂੰ ਅਕਸਰ ਸੀਬੀਟੀ ਦੀ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਆ ਕੋਗਨੀਟਿਵ ਬਿਹੇਵੀਅਰ ਥੈਰੇਪੀ, ਕਿ ਤੁਸੀਂ ਉਹਦੇ ਕਾਉਂਸਲਿੰਗ ਜਾਂਦੇ ਹੋ। ਤੇ ਕਾਉਂਸਲਿੰਗ ਦਾ ਇਹ ਮਤਲਬ ਹੁੰਦਾ ਕਿ ਤੁਸੀਂ ਦੱਸਣੀ ਹੈ ਆਪਣੀ ਤਕਲੀਫ,
ਤੇ ਜਿਸ ਤਰ੍ਹਾਂ ਇੱਕ ਉਨ ਦਾ ਗੋਲਾ ਹੈ ਉਹ ਪੂਰਾ ਉਲਝਿਆ ਹੋਇਆ ਹੈ ਤੇ ਤੁਹਾਡਾ ਦਿਮਾਗ ਉਸ ਤਰ੍ਹਾਂ ਉਸ ਵੇਲੇ, ਤੇ ਉਹ ਅਗਲੇ ਬੰਦੇ ਨੇ ਸਾਰਾ ਤੁਹਾਡਾ ਧਾਗਾ ਸੁਲਝਾ ਕੇ ਦੇਣਾ ਤੁਹਾਨੂੰ, ਉਹ ਕੰਮ ਹੁੰਦਾ ਕਾਉਂਸਲਰ ਦਾ। ਤੇ ਕਾਉਂਸਲਰ ਨੇ ਉਹ ਕਰਕੇ ਤੁਹਾਨੂੰ ਦੇਣਾ ਹੈ। ਤੁਸੀਂ ਤੁਹਾਨੂੰ ਕੋਗਨੀਟਿਵ ਬਿਹੇਵੀਅਰ ਥੈਰੇਪੀ ਅਗਰ ਮੈਂ ਸਰਲ ਸ਼ਬਦਾਂ ਵਿੱਚ ਕਹਾਂ ਤੇ ਇਹ ਸਿਰਫ ਤੁਹਾਡਾ ਜੋ ਬਿਹੇਵੀਅਰ ਹੈ ਕਿ ਤੁਸੀਂ ਜਿਹੜੀ ਤੁਹਾਡੇ ਸੋਚ ਦੇ ਪੈਟਰਨ ਹੈ ਉਹਨਾਂ ਨੂੰ ਚੇਂਜ ਕਰਨੇ ਦੀ ਕੋਸ਼ਿਸ਼ ਹੁੰਦੀ ਹੈ। ਤੇ ਇਹ बोलन ਨਾਲ ही होती है, ओरल होती है, बात करेंगे, कुछ प्रैक्टिसेस करते हैं और उससे होता है। देन आप अगले लेवल पे जब जाएंगे तो साइकोलॉजिस्ट को तुसी जांदे हैं ते उत्थे फिर कई बार साइकोलॉजिस्ट ਤੁਹਾਨੂੰ स्पेसिफिक थेरेपीज कराते हैं तो अलग अलग तरह दी, आई विल नॉट गो इनटू इट, वो बहुत साइंटिफिक हो जाता है, बट अलग अलग तरह की थेरेपी होती है ਤੇ ਉਸ ਵਿੱਚ ਵੀ ਦਵਾਈ ਦਾ ਕੋਈ ਰੋਲ ਨਹੀਂ ਹੁੰਦਾ। ਸਿਰਫ ਇੱਕ ਸਾਈਕੈਟ੍ਰਿਸਟ ਤੁਹਾਨੂੰ ਦਵਾਈ ਦੇ ਸਕਦਾ ਹੈ ਅਗਰ ਮਾਨਸਿਕ ਬਿਮਾਰੀ ਲਈ ਤੁਹਾਨੂੰ ਦਵਾਈ ਦੀ ਜ਼ਰੂਰਤ ਹੈ, ਤੇ ਉਸ ਵਿੱਚ ਵੀ ਕੋਈ ਬੁਰਾਈ ਨਹੀਂ ਹੈ। ਔਰ ਇਹ ਵੀ ਮਿਥਕ ਹੈਗਾ ਕਿ ਇੱਕ ਵਾਰੀ ਤੁਸੀਂ ਦਵਾਈ ਖਾਣੀ ਸ਼ੁਰੂ ਕਰ ਦੋ ਤਾਂ ਤੁਹਾਨੂੰ ਖਾਣੀ ਪਏਗੀ ਸਾਰੀ ਜ਼ਿੰਦਗੀ, ਨਹੀਂ, ਇਹ ਸੱਚ ਨਹੀਂ ਹੈ। ਕਈ ਬਾਰ ਬੰਦੇ ਦੀ ਐਂਜ਼ਾਈਟੀ ਬਹੁਤ ਹਾਈ ਹੁੰਦੀ। ਫॉर ਇੰਸਟੈਂਸ ਇੱਕ ਕਾਮਨ ਐਗਜ਼ਾਮਪਲ ਹੈ ਕਿ ਜਿਹਨੂੰ ਅਸੀਂ ਪੋਸਟਮਾਰਟਮ ਡਿਪਰੈਸ਼ਨ ਕਹਿੰਦੇ ਹਾਂ। ਅਕਸਰ ਨਵੀਂ ਜਿਹੜੀ ਮਾਂ ਬਣਦੀ ਹੈ ਔਰਤ ਤੇ ਬਹੁਤ ਸਾਰਾ ਸਟ੍ਰੈਸ ਹੁੰਦਾ ਹੈ, ਉਹਨਾਂ ਨੂੰ ਸਮਝ ਨਹੀਂ ਆਉਂਦਾ ਬੱਚੇ ਨੂੰ ਕਿਸ ਤਰ੍ਹਾਂ ਹੈਂਡਲ ਕਰੀਏ, ਤੇ ਉੱਥੇ ਡਿਪਰੈਸ਼ਨ ਵੱਧ ਜਾਂਦਾ ਉਹਨਾਂ ਦਾ। ਤੇ ਇਸ ਤਰ੍ਹਾਂ ਦੀ ਮਾਵਾਂ ਨੂੰ ਕਈ ਵਾਰ ਦਵਾਈ ਵੀ ਦੀ ਜਾਂਦੀ ਹੈ, ਕਈ ਵਾਰ ਥੈਰੇਪੀ ਦੀ ਜਾਂਦੀ ਹੈ ਕੁਝ ਟਾਈਮ ਲਈ, ਤੇ ਫਿਰ ਉਹ ਕੁਝ ਮਹੀਨਿਆਂ ਬਾਅਦ ਠੀਕ ਹੋ ਜਾਂਦੀਆਂ ਤਾਂ ਦਵਾਈ ਬੰਦ ਕਰ ਦੀ ਜਾਂਦੀ ਹੈ। ਤੇ ਲੇਕਿਨ ਕੁਝ ਲੋਕਾਂ ਨੂੰ ਲੰਬੇ टाइम तक, जैसे स्किज़ोफ्रेनिया है, बाइपोलर डिसऑर्डर है, उन्होंने पूरी जिंदगी भी दवाई खानी पै सकती है, तो पूरी जिंदगी उन्होंने थेरेपिस्ट के नाल भी जुड़ा रहना पैंदा है अपनी मैंटल एक्सरसाइजेस ਲਈ, ਤੇ ਉਹ ਫਿਰ ਅਲੱਗ ਚੀਜ਼ ਹੋ ਜਾਂਦੀ ਹੈ। ਪਰ ਇਸ ਤਰ੍ਹਾਂ ਦੇ ਮਿਥਕ ਜਿਹੜੇ ਹੈਗੇ ਸਮਾਜ ਵਿੱਚ, ਉਹਨਾਂ ਨੂੰ ਟੈਕਲ ਕਰਨ ਦੀ ਬਹੁਤ ਜ਼ਰੂਰਤ ਹੈ ਕਿ ਮੈਂਟਲ ਹੈਲਥ ਦਵਾਈ ਤੁਹਾਨੂੰ ਨਸ਼ੇੜੀ ਆਦੀ ਬਣਾ ਦਿੰਦੀਆਂ, ਤੁਹਾਨੂੰ ਨਸ਼ਾ ਹੋਣ ਲੱਗਦਾ। ਇਸ ਤਰ੍ਹਾਂ ਦੇ ਮਿਥਕ ਨਹੀਂ ਹੋਣੇ ਚਾਹੀਦੇ। ਜਿਸ ਤਰ੍ਹਾਂ ਅਸੀਂ ਹੋਰ ਦਵਾਈਆਂ ਲੈਂਦੇ ਹਨ ਦੂਜੀ ਬਿਮਾਰੀਆਂ ਲਈ, ਸ਼ਾਰੀਰਿਕ ਬਿਮਾਰੀਆਂ ਲਈ, ਉਸੇ ਤਰ੍ਹਾਂ ਬਿਮਾਰੀਆਂ ਇਹਨਾਂ ਬਿਮਾਰੀਆਂ ਲਈ ਵੀ ਦਵਾਈਆਂ ਹਨ। ਸਰਟੀਫਾਈਡ ਤੁਸੀਂ ਪ੍ਰੈਕਟੀਸ਼ਨਰ ਜਾਂ ਸਾਈਕੈਟ੍ਰਿਸਟ ਤੋਂ ਲੈਂਦੇ ਹੋ ਤਾਂ ਉਹਦਾ ਵੀ ਕੋਈ ਨੁਕਸਾਨ ਨਹੀਂ ਹੈ, ਤੇ ਉਹ ਤੁਹਾਡੀ ਸਿਹਤ ਨੂੰ ਬਿਹਤਰ ਕਰਨਗੀ। ਤੇ ਥੈਰੇਪੀ ਤਾਂ ਸਭ ਤੋਂ ਜ਼ਿਆਦਾ ਜਿਹੜਾ ਯੂਜ਼ ਹੁੰਦਾ ਹੈ ਉਹ ਥੈਰੇਪੀ ਔਰ ਕਾਉਂਸਲਿੰਗ ਹੀ ਯੂਜ਼ ਹੁੰਦਾ ਹੈ। ਦਵਾਈਆਂ ਬਹੁਤ ਕਮ ਪਰਸੈਂਟੇਜ ਲੋਕਾਂ ਲਈ ਇਸਤੇਮਾਲ ਹੁੰਦੀਆਂ। ਮਾਨਸਿਕ ਸਿਹਤ ਨੂੰ ਲੈ ਕੇ ਆਪਣੀ ਜਿਹੜੀ ਤੁਹਾਡੀ ਸਮਝ ਹੈ ਉਹਨੂੰ ਵਧਾਓ। ਅੱਛੇ ਰਿਲਾਇਬਲ ਸੋਰਸਿਸ ਤੋਂ ਪੜ੍ਹੋ ਇਸ ਦੇ ਬਾਰੇ, ਤੇ ਤੁਸੀਂ ਆਪਣੇ ਸੈਲਫ ਕੇਅਰ ਬਾਰੇ ਪੜ੍ਹੋ। ਤੁਸੀਂ ਸਿੱਖੋ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖ ਸਕਦੇ ਹੋ, ਤੇ ਜਿਹੜੇ ਤੁਹਾਡੇ ਡਿਪੈਂਡੈਂਟਸ ਹਨ, ਤੁਹਾਡੇ ਪੇਰੈਂਟਸ ਹਨ, ਗ੍ਰੈਂਡ ਪੇਰੈਂਟ, ਬੱਚੇ ਹੈ ਪਰਿਵਾਰ 'ਚ, ਤੁਹਾਡੇ ਛੋਟੇ ਭਰਾ ਭੈਣ ਹਨ, ਉਹਨਾਂ ਦਾ ਕਿਸ ਤਰ੍ਹਾਂ ਤੁਸੀਂ ਖਿਆਲ ਰੱਖ ਸਕੋ। ਦੂਜੀ ਗੱਲ ਹੈ ਕਿ ਤੁਹਾਡੀ ਭਾਸ਼ਾ ਨੂੰ ਠੀਕ ਕਰੋ। ਸਾਡੀ ਜਿਹੜੀ ਭਾਸ਼ਾ ਹੈ ਭਾਰਤ ਵਿੱਚ, ਚਾਹੇ ਸਾਡੇ ਗਾਣਿਆਂ 'ਚ ਹੈ, ਚਾਹੇ ਸਾਡੀ ਫਿਲਮਾਂ 'ਚ, ਰੋਜ਼ਮर्रा ਵਿੱਚ ਅਸੀਂ ਮਾਨਸਿਕ ਸਵਾਸਥ ਨੂੰ ਗਾਲੀ ਦੀ ਤਰ੍ਹਾਂ ਇਸਤੇਮਾਲ ਕਰਦੇ ਹਾਂ। ਇੱਕ ਐਗਜ਼ਾਮਪਲ ਇੱਥੇ ਦੇਵਾਂਗੀ, ਜੇ ਕੋਈ ਸਪੋਜ਼ ਰੇਪ ਹੋਇਆ ਕਿੱਥੇ ਜਾਂ ਕੋਈ ਬੜਾ ਹੌਰੀਬਲ ਕ੍ਰਾਈਮ ਹੋਇਆ, ਤੇ ਅਸੀਂ ਕਹਿੰਦੇ ਆ ਇਹ ਮਾਨਸਿਕ ਰੋਗੀ ਕਰਦੇ हैं इस तरह ਦੀ क्राइम, ये ठीक नहीं है, दैट इज आप उसको क्रिमिनल बना रहे हो, जो सच नहीं है, जो ठीक नहीं है। मानसिक रोगी सारे क्रिमिनल नहीं होंगे, तो जेडे क्रिमिनल है वो मानसिक रोगी नहीं होंगे, वो क्रिमिनल है, अपराधी मानसिक रोगी नहीं होता। तो इस तरह की भाषा ਅਸੀਂ यूज करते हैं, पागल और मजाक बनाते हैं इस तरह का। जे कोई साइकैट्रिस्ट कोल जा रहा है या स्कूल कॉलेज में कोई स्टूडेंट काउंसलर कोल जा रहा है तो ਉਹਦਾ मजाक बनाया जाता है, वो नहीं होना चाहिए। ਉਹ ਨਾਰਮਲ ਚੀਜ਼ ਹੈ। ਜਿਸ ਤਰ੍ਹਾਂ ਤੁਹਾਨੂੰ ਚੋਟ ਲੱਗੀ ਹੈ ਜਾਂ ਤੁਸੀਂ ਡਾਕਟਰ ਕੋਲ ਗਏ ਪੱਟੀ ਲਈ, ਤੇ ਉਸੇ ਤਰ੍ਹਾਂ ਬੰਦਾ ਕਾਉਂਸਲਰ ਕੋਲ ਗਿਆ ਤਾਂ ਉਹਦਾ ਕੋਈ ਮਜ਼ਾਕ ਨਹੀਂ ਬਣਾਉਣਾ ਚਾਹੀਦਾ। ਇਹ ਤੁਸੀਂ ਅਗਰ ਕਰਨ ਲੱਗੋ ਤੇ ਆਪਣੇ ਆਸ-ਪਾਸ ਅਵੇਅਰ ਰਹੋ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਯੰਗਸਟਰ ਹੈ ਉਹ ਬੜੀ ਤਕਲੀਫ 'ਚ ਹੈ ਜਾਂ ਤੁਹਾਨੂੰ ਉਹਦੇ ਬਿਹੇਵੀਅਰ ਵਿੱਚ ਚੇਂਜ ਲੱਗਦਾ ਹੈ, ਤੇ ਹੋ ਸਕਦਾ ਹੈ ਸੁਸਾਈਡਲ ਆਈਡੀਏਸ਼ਨ ਉਹਦੀ ਚੱਲ ਰਹੀ ਹੋ ਜਾਂ ਕਿਸ ਤਰ੍ਹਾਂ ਦੀ ਉਹ ਤਕਲੀਫ ਵਿੱਚ ਹੈਗਾ, ਤੇ ਉਹਨੂੰ ਫਸਟ ਏਡ ਦਿਓ, ਉਹਨੂੰ ਲੈ ਕੇ ਜਾਓ ਕਿਸੇ ਦੇ ਕੋਲ, ਕਾਉਂਸਲਰ ਦੇ ਕੋਲ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੀ ਆਪਣੀ ਮਾਨਸਿਕ ਸਿਹਤ 'ਚ ਅਸਰ ਪੈ ਰਿਹਾ ਤੇ ਝਿਜਕੋ ਨਹੀਂ, ਮਦਦ ਲਓ। ਜਿੱਥੇ ਮਦਦ ਮਿਲਦੀ ਹੈ ਤੁਹਾਡੇ ਕੋਲ ਹੈ, ਉਹਦੀ ਮਦਦ ਲਈ ਤੁਸੀਂ ਜਾਓ। ਤੇ ਜਿਸ ਤਰ੍ਹਾਂ ਤੁਹਾਡਾ ਫਰਜ਼ ਹੈ ਕਿ ਤੁਸੀਂ शारीरिक ਸਿਹਤ ਨੂੰ ਇੰਪੋਰਟੈਂਸ ਦਿਓ। ਕੋਵਿਡ ਨੇ ਸਾਨੂੰ ਸਿਖਾਤਾ ਹੈ ਕਿ शारीरिक ਸਿਹਤ ਕਿੰਨੀ ਜ਼ਰੂਰੀ ਹੈ ਸਾਡੀ। ਬਾਕੀ ਸਾਰਾ ਜਿਹੜਾ ਤਾਮਝਾਮ ਹੈ, ਬਿਜ਼ਨਸ, ਨੌਕਰੀ, ਵੈਕੇਸ਼ਨ, ਸਭ ਬੇਕਾਰ ਹੈ ਜੇ ਤੁਹਾਡੀ ਸਿਹਤ ਠੀਕ ਨਹੀਂ। ਤੇ ਜਿਸ ਤਰ੍ਹਾਂ ਉਹਨੂੰ ਤੁਸੀਂ ਇੰਪੋਰਟੈਂਸ ਦਿੰਦੇ ਹੋ, ਉਸੇ ਤਰ੍ਹਾਂ ਤੁਸੀਂ ਆਪਣੀ ਮਾਨਸਿਕ ਸਿਹਤ ਨੂੰ ਵੀ ਤੁਸੀਂ ਇੰਪੋਰਟੈਂਸ ਦਿਓ। ਉਹਨੂੰ ਪ੍ਰਾਥਮਿਕਤਾ ਸਮਝੋ, ਉਹਦੇ ਉੱਪਰ ਕੰਮ ਕਰੋ, ਉਹਦੇ ਬਾਰੇ ਜਾਗਰੂਕ ਬਣੋ, ਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਜਾਗਰੂਕ ਕਰੋ।